ਹੈਲੋ ਜੀ, ਵੈਲਕਮ ਬੈਕ ਤੁਹਾਡੇ ਆਪਣੇ ਚੈਨਲ ਅਭੀਪੀਡੀਆ ਤੇ। ਮੇਰਾ ਨਾਮ ਹੈ ਸ਼ਿਵਮ ਤੇ ਮੈਂ ਅੱਜ ਤੁਹਾਡੇ ਲਈ ਲੈ ਕੇ ਆਇਆ ਵੋਕੈਬ ਵਰਲਡ ਦਾ ਰਿਵੀਜ਼ਨ ਲੈਕਚਰ 2। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪੇਪਰ ਬਹੁਤ ਨੇੜੇ ਆ ਗਿਆ, 21 ਦਸੰਬਰ ਨੂੰ ਐਗਜ਼ਾਮ ਹੈ। ਤੇ ਜਦ ਪੇਪਰ ਨਹੀਂ ਨੇੜੇ ਆ ਜਾਂਦਾ ਤੇ ਆਪਣਾ ਸਿਰਫ ਇੱਕ ਪਰਪਸ ਹੁੰਦਾ ਕਿ ਜਿੰਨਾ ਹੋ ਸਕੇ ਉਹਨੇ ਦਾ ਰਿਵੀਜ਼ਨ ਤੇ ਫੋਕਸ ਕਰੀਏ, ਰਿਵੀਜ਼ਨ ਤੇ ਜਾਂ ਮੌਕ ਤੇ, ਹੈ ਨਾ। ਜਿਨ੍ਹਾਂ ਨੇ ਮੌਕ ਲਾਏ ਨੇ ਪਰ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ, ਉਹਨਾਂ ਲਈ ਆਪਾਂ ਰਿਵੀਜ਼ਨ ਲੈਕਚਰ ਲੈ ਕੇ ਆਏ ਹਾਂ, ਜਿਸ 'ਚ ਅੱਜ ਆਪਾਂ ਈਡੀਅਮਸ ਤੇ ਕੁਝ ਵਰਡਸ ਨੇ ਉਹਨਾਂ ਨੂੰ MCQ ਫਾਰਮੈਟ 'ਚ ਸੋਲਵ ਕਰਾਂਗੇ ਤੇ ਦੇਖਾਂਗੇ ਕਿ ਆਪਾਂ ਕਿੱਥੇ ਕਿੱਥੇ ਕਨਫਿਊਜ਼ ਹੋ ਸਕਦੇ ਹਾਂ, ਹੈ ਨਾ। ਜਿਹੜੇ ਕਨਫਿਊਜ਼ਿੰਗ ਆਪਸ਼ਨਸ ਉਹਨਾਂ ਨੂੰ ਕਿਵੇਂ ਐਲੀਮੀਨੇਟ ਕਰਨਾ ਹੈ, ਕਿ ਹਰ ਇੱਕ ਈਡੀਅਮ ਦਾ ਮਤਲਬ ਕਿਆ ਉਹਦੇ ਵਰਡ ਤੇ ਹੀ ਜਾਂਦਾ ਹੈ ਨਾ, ਕਿ ਜਿਵੇਂ ਆਪਾਂ ਕੋਈ ਈਡੀਅਮ ਲਿਖਿਆ ਤੇ ਕਿਆ ਉਹ ਜਿਹੜਾ ਵਰਡ ਬਾਏ ਵਰਡ ਲਿਖਿਆ ਕਿਆ ਉਹੀ ਉਹਦਾ ਮੀਨਿੰਗ ਹੁੰਦਾ ਜਾਂ ਉਹਦਾ ਕੁਝ ਹੋਰ ਮਤਲਬ ਹੁੰਦਾ। ਇਹੋ ਜਿਹੇ ਆਪਾਂ ਸਾਰੇ ਕਨਫਿਊਜ਼ਿੰਗ ਈਡੀਅਮਸ ਲੈ ਕੇ ਵੀ ਆਏ ਹਾਂ, ਨਾਲੇ ਕੁਝ ਨਵੇਂ ਵਰਡਸ ਤੇ ਵਰਡਸ 'ਤੇ ਵੀ ਥੋੜਾ ਸਪੈਸ਼ਲ ਫੋਕਸ ਇਸ ਚੀਜ਼ 'ਤੇ ਵੀ ਹੋਣਾ ਚਾਹੀਦਾ ਕਿ ਉਹਨਾਂ ਦੇ ਸਪੈਲਿੰਗਸ 'ਤੇ ਫੋਕਸ ਕਰੋ, ਕਿਉਂਕਿ ਅੱਜ ਕੱਲ੍ਹ PSSS ਵੀ ਸਪੈਲਿੰਗਸ ਵੀ ਪੁੱਛ ਲੈਂਦੀ ਹੈ। ਤੇ ਇਹ ਗੱਲ ਇਹ ਨਹੀਂ ਕਿ ਸਪੈਲਿੰਗਸ PSSS ਵੀ ਤੁਸੀਂ ਕਿਸੇ ਵੀ ਹੋਰ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਉੱਥੇ ਵੀ ਪੁੱਛ ਸਕਦੀ ਹੈ ਨਾ। ਤੇ ਇਹ ਲੈਕਚਰ ਬਹੁਤ ਇੰਪੋਰਟੈਂਟ ਹੈ 21 ਦਸੰਬਰ ਨੂੰ ਮੱਦੇਨਜ਼ਰ ਰੱਖਦੇ ਹੋਏ, ਹੈ ਨਾ। ਇਹਦੇ ਨਾਲ ਨਾਲ ਮੈਂ 21 ਦਸੰਬਰ ਨੂੰ ਹੀ ਧਿਆਨ 'ਚ ਰੱਖਦੇ ਹੋਏ ਲੌਜੀਕਲ ਰੀਜ਼ਨਿੰਗ ਦੀ ਸੀਰੀਜ਼ ਵੀ ਸ਼ੁਰੂ ਕੀਤੀ ਹੋਈ ਹੈ, ਜਿਸ 'ਚ ਆਪਾਂ ਹੁਣ ਤੱਕ ਕੋਡਿੰਗ ਡੀਕੋਡਿੰਗ, ਠੀਕ ਹੈ, ਬਲੱਡ ਰਿਲੇਸ਼ਨਸ ਤੇ ਕੈਲੰਡਰ ਪੂਰਾ ਖਤਮ ਕਰ ਲਿਆ, ਜਿਸ 'ਚ ਆਪਾਂ ਕਨਸੈਪਟ ਵੀ ਸਿੱਖਿਆ ਤੇ ਦੂਜੀ ਗੱਲ ਹੈ ਕਿ ਆਪਾਂ ਕੁਐਸਚਨਸ ਵੀ ਪ੍ਰੈਕਟਿਸ ਕੀਤੇ हैं ਤੇ ਕੁਐਸਚਨਸ ਵੀ ਆਪਾਂ ਵਧੀਆ ਲੈਵਲ ਤੇ ਪ੍ਰੈਕਟਿਸ ਕੀਤੇ हैं। ਕੋਡਿੰਗ ਡੀਕੋਡਿੰਗ ਦਾ ਲੈਕਚਰ ਜਾ ਕੇ ਚੈੱਕ ਕਰਿਓ ਕਿ ਉਸ 'ਚ ਆਪਾਂ ਜਿੰਨੇ ਵੀ ਟਾਈਪ ਸੀਗੇ ਸਾਰੇ ਕਵਰ ਕੀਤੇ हैं। ਉਹ ਲੈਕਚਰ ਲੰਬਾ ਹੋ ਗਿਆ ਇਸੇ ਕਰਕੇ ਕਿ ਆਪਾਂ ਜਿੰਨੇ ਟਾਈਪਸ ਪੋਸੀਬਲ ਸੀ, ਜਿੰਨੇ ਡਿਫਿਕਲਟ ਕੁਐਸਚਨ ਹੈ ਜੋ ਵੀ ਬਣ ਸਕਦਾ ਸੀ ਕਿ ਤੁਸੀਂ ਕਿਵੇਂ ਆਪਣਾ ਬ੍ਰੇਨ ਯੂਜ਼ ਕਰਨਾ, ਉਹ ਸਾਰਾ ਮੈਂ ਸਿਖਾਤਾ। ਠੀਕ ਹੈ, ਚਲੋ ਆਓ ਸ਼ੁਰੂ ਕਰੀਏ। ਅੱਛਾ, ਕਿਆ ਸਿਰਫ ਆਪਣੀ ਇਹਦੇ ਨਾਲ ਕੋਈ ਗੱਲ ਬਣ ਸਕਦੀ ਹੈ? ਹੁਣ 21 ਦਸੰਬਰ 'ਚ ਤਾਂ ਜਿੰਨੀ ਆਪਣੀ ਤਿਆਰੀ ਹੋ ਗਈ ਸੀ, ਪਰ ਹੁਣ ਆਪਾਂ ਨੂੰ ਪਤਾ ਹੈ ਕਿ 26 'ਚ ਲਗਾਤਾਰ ਪੇਪਰ ਨੇ, ਜਿਵੇਂ ਕਿ ਜੇਲ ਵਾਰਡਨ ਦਾ ਪੇਪਰ ਆ ਰਿਹਾ ਹੈ ਨਾ, ਉਹਦੇ ਇਲਾਵਾ ਵੀ ਬਹੁਤ ਸਾਰੇ ਪੇਪਰ ਆ ਰਹੇ ਨੇ ਤੇ ਉਹਨਾਂ ਲਈ ਵੀ ਆਪਾਂ ਤਿਆਰੀ ਕਰਨੀ ਹੈ, ਠੀਕ ਹੈ। ਪਰ ਜਿਨ੍ਹਾਂ ਦਾ ਕੁਝ ਕਨਸੈਪਟ ਰਹਿ ਗਿਆ ਸੀਗਾ, ਹੈ ਨਾ, ਕਿ ਕਈ ਹਰ ਬੱਚੇ ਦਾ ਕਿਆ ਹੁੰਦਾ ਅੱਜ ਕੱਲ੍ਹ ਦੇ ਟਾਈਮ 'ਚ ਇਹ ਹੋਗਾ ਕਿ ਬੱਚੇ ਨੂੰ ਸਭ ਕੁਝ ਨਹੀਂ ਪੜ੍ਹਨਾ, ਉਹਦੇ ਬਸ ਕੁਝ ਚੀਜ਼ਾਂ ਨੂੰ ਪੋਲਿਸ਼ਿੰਗ ਚਾਹੀਦੀ ਹੈ। ਉਹਨਾਂ ਨੂੰ ਹੀ ਧਿਆਨ ਰੱਖਦੇ ਹੋਏ ਅਭੀਪੀਡੀਆ ਤੁਹਾਡੇ ਲਈ ਕੀ ਲੈ ਕੇ ਆਇਆ, ਮਾਈਕਰੋ ਕੋਰਸਿਸ, ਜਿਹਦੀ ਟੈਗਲਾਈਨ ਕੀ ਹੈ, ਛੋਟੇ ਕੋਰਸਿਸ ਬੜੇ ਰਿਜ਼ਲਟਸ। ਇਹਦਾ ਐਡਵਾਂਟੇਜ ਕੀ ਆਪਾਂ ਨੂੰ ਕਿ ਮੰਨ ਲਓ ਕਿ ਮੈਂ ਕੋਈ ਇੱਕ ਸਪੈਸੀਫਿਕ ਟੌਪਿਕ ਪੜ੍ਹਨਾ ਹੈ ਨਾ, ਪੰਜਾਬੀ ਹਿਸਟਰੀ ਦਾ ਕਲਚਰ ਐਂਡ ਲਿਟਰੇਚਰ ਪੜ੍ਹਨਾ ਤੇ ਅਸੀਂ ਉਹਦੇ ਲਈ ਇੱਕ ਮਾਈਕਰੋ ਕੋਰਸ ਬਣਾਇਆ ਹੋਇਆ। ਤੁਸੀਂ ਜਾ ਕੇ ਸਾਡੀ ਵੈਬਸਾਈਟ ਨੂੰ ਐਕਸਪਲੋਰ ਕਰੋਗੇ ਨਾ, ਜਿਹੜਾ ਅਸੀਂ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ 'ਚ ਪਾਇਆ ਹੋਇਆ, ਉੱਥੇ ਤੁਹਾਨੂੰ ਸਾਰੇ ਇਦਾਂ ਦੇ ਮਾਈਕਰੋ ਕੋਰਸਿਸ ਮਿਲ ਜਾਣਗੇ। ਹੋਰ ਡਿਟੇਲ ਲਈ ਤੁਸੀਂ ਸਾਡੀ ਟੀਮ ਨੂੰ ਕੰਟੈਕਟ ਕਰੋ, ਟੀਮ ਦਾ ਨੰਬਰ ਵੀ ਉੱਥੇ ਡਿਸਕ੍ਰਿਪਸ਼ਨ ਬਾਕਸ 'ਚ ਪਿਆ। ਜੇ ਤੁਹਾਨੂੰ ਮੇਰੇ ਤੋਂ ਕੁਝ ਪਰਸਨਲ ਗਾਈਡੈਂਸ ਚਾਹੀਦੀ ਹੈ ਜਾਂ ਕੁਝ ਹੋਰ ਗੱਲਬਾਤ ਕਰਨੀ ਹੈ, ਉਹਦੇ ਲਈ ਤੁਸੀਂ ਟੀਮ ਨੂੰ ਕੰਟੈਕਟ ਕਰੋ, ਟੀਮ ਤੁਹਾਡੀ ਮੇਰੇ ਨਾਲ ਆਪਣੇ ਆਪ ਗੱਲ ਕਰਾ ਦੂਗੀ, ਠੀਕ ਹੈ। ਚਲੋ ਅੱਜ ਦਾ ਸੈਸ਼ਨ ਆਪਾਂ ਸ਼ੁਰੂ ਕਰੀਏ, ਠੀਕ ਹੈ। ਆਪਣੇ ਕੋਲ ਪਹਿਲਾ ਈਡੀਅਮ ਕੀ ਹੈ, ਪੇਂਟ ਦੀ ਟਾਊਨ ਰੈਡ। ਪੇਂਟ ਦੀ ਟਾਊਨ ਰੈਡ, ਕੀ ਆਪਸ਼ਨ ਦਿੱਤੇ ਹੋਏ ਨੇ ਆਪਣੇ ਕੋਲ? ਸੈਲੀਬ੍ਰੇਟ ਵਾਈਲਡਲੀ, ਗੋ ਔਨ ਅ ਸ਼ੋਪਿੰਗ ਸਪਰੀ, ਕੋਜ਼ ਟਰਬਲ ਇਨ ਪਬਲਿਕ ਜਾਂ ਡੈਕੋਰੇਟ ਦ ਟਾਊਨ ਫॉर ਅ ਫੈਸਟੀਵਲ। ਕੀ ਕਰਿਆ ਸੀ ਆਪਾਂ ਪੇਂਟ ਦੀ ਟਾਊਨ ਰੈਡ ਦਾ ਮਤਲਬ ਆਪਾਂ ਇੱਕ ਸਟੋਰੀ ਨਾਲ ਰਿਲੇਟ ਕੀਤਾ ਸੀ ਨਾ, ਕਿ ਕਿਸੇ ਇੱਕ ਕੰਟਰੀ ਦਾ ਇੱਕ ਪ੍ਰਿੰਸ ਸੀਗਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਾ ਮਤਲਬ ਉਹ ਸੀਗਾ, ਮਤਲਬ ਸ਼ਰਾਰਤੀ ਜਿਹਨੂੰ ਆਪਾਂ ਕਹਿ ਸਕਦੇ ਹਾਂ। ਤਾਂ ਇੱਕ ਦਿਨ ਉਹਨੇ ਕੀ ਕਰਿਆ ਸੀਗਾ ਕਿ ਉਹ ਬਹੁਤ ਜ਼ਿਆਦਾ ਹੈਪੀ ਸੀਗਾ ਤੇ ਉਹਨੇ ਰਾਤ ਨੂੰ ਨਾ ਇੱਕ ਸ਼ਰਾਰਤ ਦੇ ਅੰਦਰ ਮਤਲਬ ਬਹੁਤ ਸੈਲੀਬ੍ਰੇਟ ਕਰਨਾ ਚਾਹੁੰਦਾ ਸੀ। ਉਹਨੇ ਇੱਕ ਸ਼ਰਾਰਤ ਦੇ ਥਰੂ ਕੀ ਕਰਿਆ ਕਿ ਜਿੰਨੇ ਵੀ ਉਹਦੇ ਟਾਊਨ 'ਚ ਉਹ ਸੀਗੇ ਦਰਵਾਜ਼ੇ ਸੀ, ਉਹਨਾਂ ਸਭ ਨੂੰ ਰੈੱਡ ਪੇਂਟ ਕਰਤਾ ਤੇ ਉੱਥੋਂ ਹੀ ਇਹ ਈਡੀਅਮ ਓਰੀਜਿਨੇਟ ਹੋਇਆ, ਪੇਂਟ ਦੀ ਟਾਊਨ ਰੈੱਡ। ਤਾਂ ਇਹਦਾ ਆਨਸਰ ਕੀ ਹੋਊਗਾ? ਸੈਲੀਬ੍ਰੇਟ ਵਿਵਿਡਲੀ। ਦੇਖੋ ਸਮਝੇ ਇਹਦਾ ਆਨਸਰ, ਇਹਨੂੰ ਮਾਰਕ ਕਰ ਲਓ, ਸੈਲੀਬ੍ਰੇਟ ਵਿਵਿਡਲੀ। ਹੁਣ ਦੇਖੋ ਬਾਕੀ ਆਪਸ਼ਨਸ ਵੀ ਐਲੀਮੀਨੇਟ ਕਰਨੇ ਸਿੱਖੋ ਨਾਲ ਦੀ ਨਾਲ ਹੀ, ਠੀਕ ਹੈ। ਗੋ ਨਾ ਸ਼ੋਪਿੰਗ ਸਪਰੀ ਦਾ ਮਤਲਬ ਕੀ ਹੁੰਦਾ? ਸਪਰੀ ਦਾ ਮਤਲਬ ਹੁੰਦਾ ਕਿ ਇੱਕ ਨਾਲ ਹੀ ਬਹੁਤ ਸਾਰੇ ਕੱਪੜੇ ਖਰੀਦ ਦੇਣਾ। ਮਤਲਬ ਕਈ ਲੋਕਾਂ ਨੂੰ ਹੁੰਦਾ ਨਾ ਕਿ ਕਿਸੇ ਦੁਕਾਨ ਤੇ ਜਾਂਦੇ ਆ ਤੇ ਮਤਲਬ ਇਕੱਠੀਆਂ ਹੀ 4 ਸ਼ਰਟਾਂ ਲੈ ਲਈਆਂ, 5 ਪੈਂਟਾਂ ਲੈ ਲਈਆਂ, ਉਹਨੂੰ ਆਪਾਂ ਕਹਿੰਦੇ ਆ ਸ਼ੋਪਿੰਗ ਸਪਰੀ। ਕਿਆ ਕਹਿੰਦੇ ਆਪਾਂ ਉਹਨੂੰ? ਸ਼ੋਪਿੰਗ ਸਪਰੀ। ਇਸ ਵਰਡ ਨੂੰ ਮਾਰਕ ਕਰ ਲਓ, ਇੱਕ ਨਵੀਂ ਚੀਜ਼ ਆ ਤੁਹਾਡੇ ਲਈ। ਰਿਵੀਜ਼ਨ ਲੈਕਚਰ 'ਚ ਆਪਾਂ ਨਵਾਂ ਵੀ ਸਿੱਖ ਰਹੇ ਨਾਲੇ ਪੁਰਾਣਾ ਰਿਵਾਈਜ਼ ਵੀ ਕਰ ਰਹੇ ਹਾਂ। ਇਹੀ ਇੰਪੋਰਟੈਂਸ ਹੈ ਵੋਕੈਬ ਸੀਰੀਜ਼ ਦੀ, ਕਿ ਤੁਹਾਡੇ ਐਗਜ਼ਾਮ 'ਚ ਤੁਹਾਨੂੰ ਦਿੱਕਤ ਨਾ ਆਵੇ, ਤੁਸੀਂ ਕੁਝ ਨਵਾਂ ਵਰਡ ਦੇਖੋ ਪਰੇਸ਼ਾਨ ਨਹੀਂ ਹੋਣਾ। ਉੱਥੇ ਦੇ ਵਰਡਸ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਹੈ ਨਾ, ਕਿ ਇਹਦਾ ਕੀ ਮਤਲਬ ਹੋ ਸਕਦਾ। ਅੱਛਾ, ਦੂਸਰਾ ਆਪਸ਼ਨ ਕੀ ਸੀਗਾ? ਕੋਜ਼ ਟਰਬਲ ਇਨ ਪਬਲਿਕ। ਨਹੀਂ ਜੀ, ਠੀਕ ਹੈ, ਇਹਦਾ ਆਨਸਰ ਨਹੀਂ ਹੈ। ਪੇਂਟ ਦੀ ਟਾਊਨ ਰੈੱਡ ਲੱਗ ਸਕਦਾ ਕਿ ਕਿਸੇ ਨੇ ਰੈੱਡ ਪੇਂਟ ਕਰਤਾ, ਕਿਸੇ ਨੂੰ ਟਰਬਲ ਹੋ ਜਾਊਗੀ, ਪਰ ਨਹੀਂ, ਇੱਦਾਂ ਨਹੀਂ ਹੈ। ਇਹਦਾ ਮਤਲਬ ਕੀ ਹੈ? ਸੈਲੀਬ੍ਰੇਟ ਵਿਵਿਡਲੀ। ਲਾਸਟ ਕੀ ਹੈ? ਡੈਕੋਰੇਟ ਦੀ ਟਾਊਨ ਫॉर ਅ ਫੈਸਟੀਵਲ। ਹੁਣ ਇਹ ਆਪਸ਼ਨ ਇਹਦੇ ਨਾਲ ਬਹੁਤ ਜ਼ਿਆਦਾ ਮਿਲਦਾ ਜੁਲਦਾ, ਇਹ ਆਪਸ਼ਨ ਇਹਦੇ ਨਾਲ ਬਹੁਤ ਜ਼ਿਆਦਾ ਮਿਲਦਾ ਜੁਲਦਾ, ਪਰ ਨਹੀਂ,
पेंट द टाउन द रेड का मतलब सिर्फ और सिर्फ सैलीब्रेट करना। क्या है? सैलीब्रेट। ध्यान रखना है इस गल में, ठीक है, कि मतलब की है सैलीब्रेट करना, ना कि डेकोरेट द टाउन फॉर अ फेस्टिवल। चलो अगे चलिए, आप नैक्सट उत्ते चलिए, आ जाओ। ओके, नैक्सट की अपने को नॉट टू मिन्स मैटर्स। मिन्स में की दसिया सी, मिन्स क्या होंगे? किसी चीज़ ਨੂੰ बहुत ज़्यादा क्रश कर देना है ना, ਉਹਨੂੰ ਘੋਟਣਾ, ਉਹਨੂੰ ਆਪਾਂ ਕੀ ਕਹਿੰਦੇ ਆ? ਮਿੰਸਿੰਗ ਕਰਨਾ ਹੈ ਨਾ, ਉਹਨੂੰ ਆਪਾਂ ਕੀ ਕਹਿੰਦੇ ਆ? ਮਿੰਸਿੰਗ ਕਰਨਾ। ਫॉर एग्जांपल जब ਆਪਾਂ ਕੋਈ ਚਟਨੀ ਵਗੈਰਾ ਬਣਾਉਂਦੇ ਆ, ਜਿਹੜਾ ਆਪਾਂ ਪੁਦੀਨਾ ਹੋ ਗਿਆ ਜਾਂ ਧਨੀਆ ਹੋ ਗਿਆ, ਉਹਨੂੰ ਆਪਾਂ ਜਦ ਕੁੱਟਦੇ ਆ ਉਹਨੂੰ ਹੀ ਆਪਾਂ ਮਿੰਸਿੰਗ ਕਹਿੰਦੇ ਆ, ਠੀਕ ਹੈ, ਇੱਕ ਤਰੀਕੇ ਨਾਲ। ਤੇ ਹੁਣ ਇਹਦਾ ਕੀ ਮਤਲਬ ਹੈ? ਨੋਟ ਟੂ ਮਿੰਸ ਦਾ ਮੈਟਰ ਦਾ ਮੈਂ ਕੀ ਦੱਸਿਆ ਸੀ ਕਿ ਜੋ ਆਦਮੀ ਬਹੁਤ ਜ਼ਿਆਦਾ ਹੀ ਕਿਆ ਹੁੰਦਾ? ਓਨੈਸਟ ਹੁੰਦਾ ਆਪਣੀ ਗੱਲ ਕਹਿਣ 'ਚ, ਆਪਣੀ ਗੱਲ ਡਾਇਰੈਕਟਲੀ ਕਹਿ ਦਿੰਦਾ, ਉਹਦੇ ਲਈ ਆਪਾਂ ਕੀ ਕਹਿੰਦੇ ਆ? ਨੋਟ ਟੂ ਮਿੰਸ ਮੈਟਰਸ, ਹੈ ਨਾ। ਚਲੋ ਆਓ ऑप्शन देखिए। पहला ऑप्शन की है टू बी ब्रूटली ऑनेस्ट। ओके, दूसरा ऑप्शन की है टू स्पीक पोलाइटली। तीसरा ऑप्शन की है टू अवॉइड सेंसिटिव टॉपिक्स। ओके, चौथा ऑप्शन की है टू कन्फ्यूज द इशू। हुणे मैं क्या दस्या कि नॉट टू मीनस मैटर्स वाला बंदा क्या होंगे? जो बहुत ब्रूटल का मतलब होंगे जो बिल्कुल ही किसी को कड़वा सच बोल देंगे कि यार इदा नहीं होंगे। तो इत्थे एक होर गल ध्यान रखो कि जो तुहाडा दोस्त तुहानू कड़वी सच्चाई दस दिंदा ना, ही इज़ अ बैटर फ्रेंड टू यू। फॉर एग्जाम्पल कोई तुहानू दस रहा कि हाँ तेरी इत्थे मेजर शॉर्टकमिंग है, तो तुहानू बुरा लग रहा उस टाइम, पर याद रखियो कि वही बंदा जो तुहानू यह गल दस रहा ना, ਉਹੀ ਤੁਹਾਡੀ ਇੰਪਰੂਵਮੈਂਟ ਚਾਹੁੰਦਾ, ਬਾਕੀ ਲੋਕੀ ਨਹੀਂ ਚਾਹੁੰਦੇ, ਹੈ ਨਾ। ਬਥੇਰੀ ਵਾਰ ਆਪਾਂ ਬੁਰਾ ਮੰਨ ਜਾਂਦੇ ਜੇ ਆਪਾਂ ਨੂੰ ਕੋਈ ਇਦਾਂ ਦੀ ਗੱਲ ਕਰਦਾ, ਪਰ ਉੱਥੇ ਸਮਝਦਾਰ ਬਣੋ ਕਿ ਹਾਂ ਉਹਨੇ ਮੇਰੀ ਕਮੀ ਦੱਸੀ ਹੈ ਤੇ ਮੈਂ ਉਹਤੇ ਵਰਕ ਕਰਾਂ। ਓਕੇ, ਤੇ ਇਹਦਾ ਆਨਸਰ ਕੀ ਹੋ ਗਿਆ ਹਿਸਾਬ ਨਾਲ? ਏ, ਟੂ ਬੀ ਬਰੂਟਲੀ ਓਨੈਸਟ, ਠੀਕ ਹੈ। ਜਿਹੜਾ ਟੂ ਸਪੀਕ ਪੋਲਾਈਟਲੀ ਹੈ, ਇਹਦਾ ਕੀ ਹੋ ਗਿਆ? ਬਲਕਿ ਇਹਦਾ ਓਪੋਜ਼ਿਟ ਹੋ ਗਿਆ, ਇਹ ਤਾਂ ਬਿਲਕੁਲ ਵੀ ਨਹੀਂ ਹੋ ਸਕਦਾ। ਟੂ ਸਪੀਕ ਪੋਲਾਈਟਲੀ ਕੀ ਹੋ ਗਿਆ? ਇਹਦਾ ਓਪੋਜ਼ਿਟ ਹੋ ਗਿਆ, ठीक है। टू कन्फ्यूज द इशूज नहीं, बल्कि बंदा तो बिल्कुल साफ साफ गल कर रहा। चौथा कि टू अवॉइड सेंसिटिव टॉपिक्स नहीं, यह वो बंदा है जो सेंसिटिव गल भी ब्रूटल तरीके दस सकता है कि हाँ ये कड़वा सच है तो तुहानू सुनना ही पैना। समझे इस गल नू? चलो आ देखो आंसर आ गया। चलो अगले चलिए आप, आ जाओ। ये ईडीएम बहुत वधिया ईडीएम है किसी को कन्फ्यूज करने लिए। जे तुसी इस ईडीएम ਨੂੰ देखोगे ना, ये ईडीएम की है नो लव, ये स्टार बना लो। ये जे आया पेपर 'ਚ बहुत लोग जिन्हें पहला नहीं पढ़िया गलती आंसर ला के आएंगे। नो लव लॉस्ट। नो लव लॉस्ट का मतलब की होया? एक तरीके ਨਾਲ देखा जाए, नो लव लॉस्ट का मतलब होया कि ਇਹਨਾਂ ਵਿੱਚ ਪਿਆਰ ਨਹੀਂ ਖੋਇਆ, है ना। ਜੇ ਆਪਾਂ ਹਿੰਦੀ 'ਚ ਕਨਵਰਟ ਕਰੀਏ ਕਿ ਇਹਨਾਂ ਵਿੱਚ ਕਦੇ ਪਿਆਰ ਨਹੀਂ ਖੋਇਆ, पर ਇਹਦੇ ਈਡੀਅਮ ਦਾ ਬਿਲਕੁਲ ਉਲਟਾ ਉਹ ਹੋਇਆ ਗੱਲ, ठीक है। आ जाओ ऑप्शन देखिए, फिर आप इस ईडियम में और डिस्कस कर डिटेल 'ਚ। पहला क्या है? म्यूचुअल डिसलाइक। म्यूचुअल डिसलाइक का मतलब क्या होता है? एक दूजे को हेट करना। हेट नहीं कहांगे कि एक दूजे को पसंद ना करना। हेट तो डिसलाइक च बड़ा फर्क होंगे, याद रखियो। डिसलाइक होंगे कि ये बंदा मैनू ना पसंद है ना, पर फिर भी जो मैंने टाइम स्पेंड करना पाया मैं कर लूँगा। पर हेट क्या होंगे? हेट होंगे कि मैंने उस बंदे नफरत है, मैं ये एक पल भी नहीं बह सकता। तो इस करके याद रखियो डिसलाइक तो हेट दोनों अलग वर्ड ने, तो हेट बड़ा ही स्ट्रोंग वर्ड होंगे, ठीक है। ओके, दूसरा क्या है? हिडन अफेक्शन। अफेक्शन का मतलब क्या होंगे? किसी लिए कोई चाह होनी, है ना। हिडन अफेक्शन मतलब होंगे किसी का बड़ा मोह करना, उन्होंने आप हिडन अफेक्शन कहने हैं, ठीक है। तीसरा क्या है? अ फॉरगॉटन फ्रेंडशिप। फॉरगॉटन फ्रेंडशिप का मतलब कोई अपनी दोस्ती भुल गया। फॉरगॉट का मतलब क्या होंगे? भुल जाना। डी की है? सीक्रेटली कोलैबोरेटिंग। कोलैबोरेटिंग का मतलब क्या होंगे? किसी नाल रल मिल के कोई काम करना, किसी नाल रल मिल के कोई काम करना। अच्छा, हुणे मैं कि दस्सिया सी कि नो लव लॉस्ट, ये ਜਿਹੜੇ वर्ड्स ने तो बिल्कुल ओपोजिट है। नो लव लॉस्ट का मतलब होंगे कि किसी लिए बहुत ज़्यादा ही डिसलाइकिंग होना। ਜਿਹੜੇ दो लोगों 'ਚ बहुत ज़्यादा डिसलाइकिंग होंगी है ਉਹਨੂੰ ਹੀ ਆਪਾਂ नो लव लॉस्ट कहते हैं, ठीक है। चलो देखिए की आंसर है ਇਹਦਾ। चलो आ गया सब आंसर। ਤੇ ਧਿਆਨ ਰੱਖੋ ਜਦ ਤੁਸੀਂ ਹੁਣ ਆਨਸਰ ਮਾਰਕ ਕਰ ਰਹੇ ਹੋ ਆਪਣੇ ਮਾਰਕਸ ਵੀ ਕੈਲਕੂਲੇਟ ਕਰੋ ਕਿ ਹਾਂਜੀ ਮੈਨੂੰ ਕਿੰਨੇ ਆਉਂਦੇ ਸੀਗੇ। ਜਿਨ੍ਹਾਂ ਨੇ ਹਾਲ ਤੱਕ ਪਹਿਲੀ ਵਾਰ ਇਹ ਲੈਕਚਰ ਦੇਖ ਰਹੇ ਨੇ ਉਹਨਾਂ ਨੂੰ ਮੈਂ ਦੱਸ ਦਾਂ ਕਿ ਆਪਾਂ ਵੋਕੈਬ ਵਰਡ ਦੇ ਤੋਂ ਪਹਿਲਾਂ ਵੀ ਇੱਕ ਰੈਪਿਡ ਰਿਵੀਜ਼ਨ ਸੀਰੀਜ਼ ਕੀਤੀ ਹੈ ਜਿਸ 'ਚ ਆਪਾਂ ਹੋਰ ਨਵੇਂ ਈਡੀਅਮਸ ਤੇ ਵਰਡਸ ਕੀਤੇ ਸੀ। ਅੱਜ ਇਹ ਦੂਜਾ ਲੈਕਚਰ ਹੈ ਤੇ ਜਿਨ੍ਹਾਂ ਨੇ ਇਕੱਠੇ ਹਲੇ ਵਰਡਸ ਦੇਖਣੇ ਨੇ, ਹੈ ਨਾ, ਅਗਲੇ ਪੇਪਰ ਦੀ ਤਿਆਰੀ ਕਰ ਰਹੇ ਆ, ਵੋਕੈਬ ਵਰਡ ਨਾਮ ਦੀ ਸੀਰੀਜ਼ ਚੱਲ ਰਹੀ ਹੈ। ਪਲੇਲਿਸਟ 'ਚ ਜਾਓ, ਉੱਥੇ ਦੇ ਪਏ ਨੇ ਸਾਰੇ ਹੀ ਲੈਕਚਰਸ ਪਏ ਨੇ। ਹਾਲ ਤੱਕ ਆਪਾਂ 12 ਲੈਕਚਰਸ ਕਵਰ ਕਰ ਲਏ, ਹੌਲੀ ਹੌਲੀ ਹੋਰ ਲੈਕਚਰਸ ਆਈ ਜਾਣੇ, ठीक है। की आंसर है ਇਹਦਾ? म्यूचुअल डिसलाइक। समझे सारे जने?
बाकी सारे आ ध्यान रखियो कि ऑप्शन बिल्कुल ਇਹਦਾ ਉਹ ਹੈ opposite है, ठीक है। ठीक है, ये गलत है, ठीक है। फॉरगॉटन फ्रेंडशिप तो बिल्कुल ही इतने इररेलेवेंट है, तो सीक्रेटली कोलैबोरेटिंग भी इतने बिल्कुल ही इररेलेवेंट है। चलो अगले चलिए, अगला की है इन दी कार्ड्स, इन दी कार्ड्स। अच्छा, क्या क्या ऑप्शन देते हुए इन्हें, अ मैटर ऑफ लक, ठीक है। दूजा दिता हुआ रिस्की पॉसिबिलिटी, ठीक है, ऑलरेडी डिसाइडेड बाय फेट, तीजा ऑप्शन, ते चौथा ऑप्शन है लाइकली टू हैपन। क्या क्या मतलब है ऑप्शंस दा, अ मैटर ऑफ लक का मतलब क्या होंगे कि कोई चीज लकी तरीके नाल होगी, अ मैटर ऑफ लक का मतलब क्या होंगे कि कोई चीज लक दे करके होगी। दूसरा की है अ रिस्की पॉसिबिलिटी, रिस्की पॉसिबिलिटी का मतलब क्या होंगे कि रिस्क लैके फिर भी चांस है कि शायद हो सकता। फॉर एग्जाम्पल जिमें तुसी ये दोनों ऑप्शन मैं ਤੁਹਾਨੂੰ एक सिचुएशन भी समझा सकता। मान लो तुसी पेपर 'ਚ क्वेश्चन अटैम्प्ट कर रहे हो तो हुण तुसी किसी दो ऑप्शन 'ਚ अटक गए हो, ठीक है। हुण तुहानूं लग रहा कि मैं इस क्वेश्चन टिक करना, तो हुण गलत होने की प्रोबेबिलिटी ते सही होने की प्रोबेबिलिटी दोनों 50-50, ठीक है। तो ਜਦੋਂ ਤੁਸੀਂ ਇਸ ਕੁਐਸਚਨ ਨੂੰ ਟਿਕ ਕੀਤਾ ਤੇ ਕੀ ਹੋਇਆ, ਰਿਸਕੀ ਪ੍ਰੋਬੇਬਿਲਿਟੀ ਹੋਈ, ਗਲਤ ਵੀ ਹੋ ਸਕਦਾ ਸਹੀ ਵੀ ਹੋ ਸਕਦਾ। ਪਰ ਜੇ ਮੰਨ ਲਓ ਸਹੀ ਹੋ ਗਿਆ ਤਾਂ कि दोनों ऑप्शन का क्या मतलब है, ओके। तीसरा ऑप्शन की है ऑलरेडी डिसाइडेड बाय फेट, ऑलरेडी डिसाइडेड बाय फेट का की मतलब होंगे कि ये पहला ही किस्मत च डिसाइड हो गया सीगा, ये पहला ही किस्मत च डिसाइड हो गया सीगा। ਇਹੋ ਜਿਹੇ ਲੋਕਾਂ ਨੂੰ ਨਾ ਆਪਾਂ ਕਦੇ ਕਰ, ਜਿਹੜੇ ਲੋਕੀ ਇਹ ਮੰਨਦੇ ਨੇ ਕਿ ਹਰ ਚੀਜ਼ ਵੈਸੇ ਇੱਕ ਐਕਸਟਰਨਲ ਨੌਲੇਜ ਹੈ, ਕਿ ਜਿਹੜੇ ਲੋਕੀ ਆਮ ਮੰਨਦੇ ਨੇ ਕਿ ਹਰ ਚੀਜ਼ ਪਹਿਲਾਂ ਡਿਸਾਈਡਡ ਹੈ, ਉਹਨਾਂ ਨੂੰ ਆਪਾਂ ਫੈਟਲਿਸਟ ਵੀ ਬੋਲਦੇ ਹਾਂ। ਕੀ ਬੋਲਦੇ ਹਾਂ, ਫੈਟਲਿਸਟ। ਇਹ ਨਾ ਮਤਲਬ ਇੱਕ ਸੋਚ ਹੈ ਕਿ ਹਰ ਚੀਜ਼ ਜ਼ਿੰਦਗੀ 'ਚ ਪਹਿਲਾਂ ਤੋਂ ਡਿਸਾਈਡਡ ਹੈ, ਇਹਨੂੰ ਇਹ ਜਿਹੜੇ ਲੋਕੀ ਨੂੰ ਆਪਾਂ ਫੈਟਲਿਸਟ ਬੋਲਦੇ ਹਾਂ, ਠੀਕ ਹੈ। ਚੌਥਾ ਆਪਸ਼ਨ ਕੀ ਹੈ, ਲਾਈਕਲੀ ਟੂ ਹੈਪਨ। ਲਾਈਕਲੀ ਟੂ ਹੈਪਨ ਦਾ ਮਤਲਬ ਕੀ ਹੈ ਕਿ ਇਹ ਹੋ ਸਕਦਾ। ਹੁਣ ਦੱਸੋ, ਆਪਾਂ ਪੜਿਆ ਹੋਇਆ, ਜਿਹੜੇ ਬੱਚਿਆਂ ਨੇ ਪਹਿਲਾ ਲੈਕਚਰ ਲਾਇਆ ਉਹਨਾਂ ਨੂੰ ਪਤਾ ਹੋਣਾ ਕੀ ਹੈ ਇਹਦਾ ਆਨਸਰ, ਦੱਸੋ। ਲਾਈਕਲੀ ਟੂ ਹੈਪਨ। ਕਿਉਂ, ਇਨ ਦੀ ਕਾਰਡਸ ਦਾ ਮਤਲਬ ਕੀ ਸੀਗਾ ਕਿ ਤੁਹਾਨੂੰ ਯਾਦ ਹੈ ਨਾ ਟੈਰੋ ਕਾਰਡਸ ਰੀਡਰ ਹੁੰਦੇ, ਜੇ ਆਪਾਂ ਕਿਸੇ ਵੀ ਤੁਸੀਂ ਦੇਖਿਆ ਬੱਸ ਸਟੈਂਡ ਵਗੈਰਾ ਤੇ ਆਪਾਂ ਜਾਂਦੇ ਹਾਂ ਤਾਂ ਟੈਰੋ ਕਾਰਡ ਰੀਡਰਸ ਹੁੰਦੇ ਨੇ, ਉਹਨਾਂ ਤੋਂ ਹੀ ਇਹ ਬਣਿਆ ਕਿ ਉਹ ਕਾਰਡਸ ਦੇਖ ਕੇ ਦੱਸ ਦਿੰਦੇ ਕਿ ਤੁਹਾਡੀ ਲਾਈਫ 'ਚ ਇਹ ਹੋ ਸਕਦਾ। ਉੱਥੋਂ ਹੀ ਇਹ ਈਡੀਅਮ ਆਇਆ, ਇਨ ਦੀ ਕਾਰਡਸ ਦਾ ਮਤਲਬ ਲਾਈਕਲੀ ਟੂ हैपन। अच्छा, ਜਿਹੜੀ ਸੈਸ਼ਨ ਦੀ PDF MCQ ਵਾਈਜ਼ ਤੁਸੀਂ ਪ੍ਰੈਕਟਿਸ ਆਪਣੇ ਆਪ ਦੁਆਰਾ ਕਰਨੀ ਹੋਈ ਤਾਂ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਤੋਂ ਮਿਲ ਜੂਗੀ। ਟੈਲੀਗ੍ਰਾਮ ਚੈਨਲ ਜੁਆਇਨ ਕਰਨਾ ਬੜਾ ਈਜ਼ੀ ਹੈ, ਸਾਡੇ ਡਿਸਕ੍ਰਿਪਸ਼ਨ ਬਾਕਸ 'ਚ ਜਾਓ ਤੇ ਉੱਥੇ ਪਿਆ, ਠੀਕ ਹੈ। ਤੇ ਜੇ ਤੁਹਾਨੂੰ ਫਿਰ ਵੀ ਮੇਰੇ ਤੋਂ ਕੋਈ ਹੈਲਪ ਚਾਹੀਦੀ ਹੈ, ਮੈਂ ਫਿਰ ਵੀ ਆਪਣਾ ਨੰਬਰ ਲਿਖ ਦਿੰਦਾ ਇੱਥੇ, ਠੀਕ ਹੈ। ਤਾਂ ਇਹ ਮੇਰਾ ਨੰਬਰ ਹੈ, ਰੁਕੋ, ठीक है। मेरा नाम तो सारे पता ही है, मेरा नाम की है शिवम, ठीक है। चलो आगे चलिए, अगला की है इन कहूट्स विद, इन कहूट्स विद। याद आ रहा सबनों, एक स्टोरी दसी सी कि पहला एक कहूट किनू कहंदे सी, आपां एक छोटे जी हट नूं कहंदे सी, उत्थों ही बनिया सीगा ये ईडीएम। जिन्हां नूं स्टोरी नहीं पता वो जाके पिछला लैक्चर देखो, उन्हां दी सारी स्टोरियां नाल मैं ईडीएम दस्से ताकि तुहानूं याद दे तरीके नाल होवे। चलो ऑप्शंस देख लिए, लीगली बाउंड टू, लीगली बाउंड का मतलब कानूनी तरीके नाल आपां उस ते बने हुए हैं कि उन्होंने आपां नूं बन के रखा है कानूनी तरीके नाल। दूसरा की है डीपली सस्पीशियस, सस्पीशियस का मतलब होंगे किसी ते शक करना, की करना, किसी ते शक करना। तीसरा की है सीक्रेटली कोलैबोरेटिंग, ये आपां हुणे पढ़ के आए हैं। सीक्रेटली कोलैबोरेटिंग का मतलब क्या होंगे, किसी ने रल मिल के काम करना। जिमें कि मान लो कि कोई दो स्पाइज ने, आप बड़ी ज़्यादा जासूस की फिल्मां देखते ना, तो दो जासूस किसी दूजे दो कंट्री जासूस मिलकर काम करते हैं, ਉਹਨੂੰ ਆਪਾਂ ਕਹਾਂਗੇ ਸੀਕ੍ਰੇਟਲੀ ਕੋਲੈਬੋਰੇਟਿੰਗ। तो चौथा ऑप्शन की है ओपनली कंपीटिंग विद, कंपीटिंग विद का मतलब क्या हो गया, किसी नाल कोई कंपटीशन लड़ना, जिवें तुसीं हुण पेपर देन जाओगे तो तुसीं कंपटीशन लड़ रहे हो, वही चौथा ऑप्शन है। दसो की आंसर आऊगा ਇਹਦਾ, आया सबनों याद, ਇਹਦਾ आंसर की है सीक्रेटली कोलैबोरेटिंग। याद आया कि जब कोई दो लोग या बहुत सारे लोग आपस में मिलकर चुपचाप कोई काम करते हैं, ਉਹਨੂੰ ਆਪਾਂ ਕਹਿੰਦੇ हैं इन कहूट्स विद। फॉर एग्जाम्पल मान लो कि किसी केस 'ਚ इदा ਹੁੰਦਾ कि पुलिस ਤੇ चोर आपस 'ਚ मिले हुए ਨੇ, है ना, तो उन्होंने चोरी कराई है, वैसे पुलिस कभी इदा करती नहीं है पर फिर भी, तो ਉਹਦੇ ਲਈ ਆਪਾਂ ਕੀ ਕਹਿੰਦੇ हैं, they were in cahoots with, ठीक है। आ जाओ ਅੱਗੇ ਚੱਲੀਏ। ਇਹਦੇ ਨਾਲ ਇੱਕ ਪੰਜਾਬੀ 'ਚ ਵੀ ਬੜਾ ਵਧੀਆ ਈਡੀਅਮ ਹੈ, ਜੇ ਤੁਹਾਨੂੰ ਪਤਾ ਹੋਵੇ, ਇਨ ਕਹੂਟਸ 'ਚ
ਕਿ ਉਹ ਬਿੱਲੀ ਚੋਰਾਂ ਨਾਲ ਰਲੀ ਹੋਈ ਹੈ ਨਾ, ਸੁਣਿਆ ਹੋਵੇ ਜੇ ਕਿਸੇ ਨੇ। ਆ ਜਾਓ ਅਗਲਾ ਕਰੀਏ। ਗੈਟ ਅਪ ਔਨ ਦੀ ਰੋਂਗ ਸਾਈਡ ਆਫ ਦੀ ਬੈਡ, ਗੈਟ ਅਪ ਔਨ ਦੀ ਰੋਂਗ ਸਾਈਡ ਆਫ ਦੀ ਬੈਡ ਕੀ ਸੀਗਾ? ਇਸ ਇਡੀਅਮ ਦੀ ਕੀ ਸਟੋਰੀ ਦੱਸੀ ਸੀ ਮੈਂ ਕਿ ਇੱਕ ਯੂਰੋਪੀਅਨ ਕੰਟਰੀ 'ਚ ਮੰਨਿਆ ਜਾਂਦਾ ਸੀ ਕਿ ਜੇ ਆਪਾਂ ਲੈਫਟ ਸਾਈਡ ਆਫ ਬੈਡ ਤੇ ਉਤਰਦੇ ਆ ਤਾਂ ਉਹ ਬੜਾ ਜ਼ਿਆਦਾ ਆਪਣੇ ਲਈ ਕਿਆ ਹੁੰਦਾ, ਗਲਤ ਮੰਨਿਆ ਜਾਂਦਾ ਸੀ, ਹੈ ਨਾ ਉਸਨੂੰ। ਚਲੋ ਕੀ ਹੈ ਇਹਦਾ? ਪਹਿਲਾ ਕੀ ਹੈ? ਮੇਕ ਅ ਰੋਂਗ ਡਿਸੀਜ਼ਨ, ਓਕੇ। ਦੂਸਰਾ ਕੀ ਹੈ? ਸਟਾਰਟ ਸਮਥਿੰਗ ਲੇਟ। ਮੇਕ ਅ ਰੋਂਗ ਡਿਸੀਜ਼ਨ ਦਾ ਮਤਲਬ ਕੋਈ ਗਲਤ ਡਿਸੀਜ਼ਨ ਲੈ ਲੈਣਾ। ਸਟਾਰਟ ਸਮਥਿੰਗ ਲੇਟ ਦਾ ਮਤਲਬ ਕਿਸੇ ਚੀਜ਼ ਨੂੰ ਥੋੜੀ ਦੇਰ ਨਾਲ ਸ਼ੁਰੂ ਕਰਨਾ। ਤੀਸਰਾ ਕੀ ਹੈ? ਬੀ ਇਨ ਬੈਡ ਮੂਡ। ਚੌਥਾ ਕੀ ਹੈ? ਬਿਗਨ ਅ ਜਰਨੀ ਇਨਕਰੈਕਟਲੀ, ਮਤਲਬ ਕਿਸੇ ਜਰਨੀ ਨੂੰ ਗਲਤ ਤਰੀਕੇ ਨਾਲ ਸ਼ੁਰੂ ਕੀਤਾ। ਕੀ ਸੀਗਾ ਇਹਦਾ ਮਤਲਬ? ਗੈਟ ਅਪ ਔਨ ਦੀ ਰੋਂਗ ਸਾਈਡ ਆਫ ਦਾ ਬੈਡ। ਇਸ ਈਡੀਅਮ ਦੇ ਮਤਲਬ ਨਾਲ ਵੀ ਆਪਾਂ ਜਾ ਸਕਦੇ ਹਾਂ ਕਿ ਮੈਂ ਨਾ ਅੱਜ ਬੈੱਡ ਤੋਂ ਯਾਰ ਮਤਲਬ ਉੱਠਦੇ ਸਾਰ ਹੀ ਮੇਰਾ ਮੂਡ ਖਰਾਬ ਹੋ ਗਿਆ, ਤੇ ਉੱਥੋਂ ਹੀ ਈਡੀਅਮ ਓਰੀਜਿਨੇਟ ਹੋਇਆ ਕਿ ਆਈ ਵੋਕ ਅਪ ਔਨ ਦੀ ਰੋਂਗ ਸਾਈਡ ਆਫ ਦੀ ਬੈਡ। ਕੀ ਆਊਗਾ ਇਹਦਾ ਆਨਸਰ? ਬੀ ਇਨ ਅ ਬੈਡ ਮੂਡ, ਬੀ ਇਨ ਅ ਬੈਡ ਮੂਡ। ਜੇ ਸੈਸ਼ਨ ਪਸੰਦ ਆ ਰਿਹਾ, ਸੈਸ਼ਨ ਨੂੰ ਲਾਈਕ ਕਰੋ, ਹੈ ਨਾ, ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ, ਹੈ ਨਾ, ਜਿੰਨਾ ਹੋ ਸਕਦਾ ਓਨਾ ਪਿਆਰ ਦਿਖਾਓ। ਚਲੋ ਆਓ ਅੱਗੇ ਚੱਲੀਏ। ਓਕੇ, ਆ ਤਾਂ ਨਾ ਮਤਲਬ ਈਡੀਅਮ ਵੀ ਹੈ ਬਟ ਇਹ ਇੱਕ ਬਹੁਤ ਵਧੀਆ ਕੋਟ ਵੀ ਹੈ ਨਾ, ਇਹ ਤੁਹਾਡੇ ਸਾਰਿਆਂ ਤੇ ਵੀ ਅਪਲਾਈ ਹੁੰਦਾ। ਅ ਸ਼ਿਪ ਇਨ ਦੀ ਹਾਰਬਰ ਇਜ਼ ਸੇਫ ਬਟ ਦੈਟਸ ਨੋਟ ਵਟ ਅ ਸ਼ਿਪ ਇਜ਼ ਫॉर। ਮਤਲਬ ਇਹ ਕਹਿੰਦਾ ਕਿ ਹਾਰਬਰ ਕਿਆ ਹੁੰਦਾ? ਜਿੱਥੇ ਨਾ ਸ਼ਿਪ ਨੂੰ ਆਪਾਂ ਖੜਾ ਕਰਦੇ ਹਾਂ, ਜਿਵੇਂ ਆਪਣੀ ਕਾਰ ਪਾਰਕ ਹੁੰਦੀ ਹੈ ਗੈਰਾਜ 'ਚ, ਇੱਦਾਂ ਜਿੱਥੇ ਸ਼ਿਪ ਪਾਰਕ ਹੁੰਦੀ ਹੈ ਨਾ ਉਹਨੂੰ ਆਪਾਂ ਕਹਿੰਦੇ ਹਾਰਬਰ। ਇਹ ਕਹਿੰਦਾ ਅ ਸ਼ਿਪ ਇਜ਼ ਸੇਫ ਇਨ ਦੀ ਹਾਰਬਰ ਬਟ ਦੈਟਸ ਨੋਟ ਵਟ ਅ ਸ਼ਿਪ ਇਜ਼ ਫॉर। ਸ਼ਿਪ ਕਿਹਦੇ ਲਈ ਹੈ? ਸ਼ਿਪ ਹੈ ਫॉर ਸੇਲਿੰਗ। ਸੇਲਿੰਗ ਵਰਡ ਲਿਖ ਲਓ ਇੱਥੇ ਜਿਹਨਾਂ ਨੂੰ ਨਹੀਂ ਪਤਾ। ਮਤਲਬ ਇਹ ਸਮੁੰਦਰ ਤੇ ਚੱਲਣ ਲਈ ਬਣੀ ਹੈ, ਠੀਕ ਹੈ। ਪਰ ਜਿਨ੍ਹਾਂ ਨੂੰ ਡਰ ਲੱਗਦਾ ਉਹ ਹਮੇਸ਼ਾ ਉਹ ਸੋਚਦੇ ਮੇਰੀ ਸ਼ਿਪ ਟੁੱਟ ਨਾ ਜਾਵੇ, ਖਰਾਬ ਨਾ ਹੋ ਜਾਵੇ, ਉਹਨੂੰ ਖੜੀ ਰੱਖਦੇ ਨੇ। ਪਰ ਕਿਆ ਉਹਦੇ ਨਾਲ ਸ਼ਿਪ ਦਾ ਪਰਪਸ ਪੂਰਾ ਹੋ ਰਿਹਾ? ਨਹੀਂ। ਇੱਥੋਂ ਹੀ ਇਹ ਗੱਲ ਬੜੀ ਸਹੀ ਕਹੀ ਹੈ ਕਿ ਜਦ ਤੁਸੀਂ ਲਾਈਫ 'ਚ ਅੱਗੇ ਵਧਣਾ ਤਾਂ ਤੁਹਾਨੂੰ ਥੋੜੇ ਜਿਹੇ ਰਿਸਕ ਤਾਂ ਲੈਣੇ ਹੀ ਪੈਣੇ, ਤੁਹਾਨੂੰ ਘਰੋਂ ਨਿਕਲਣਾ ਹੀ ਪੈਣਾ, ਰਿਸਕ ਲੈਣੇ ਹੀ ਪੈਣਾ। ਹੁਣ ਜਿਵੇਂ ਜਿਹੜੇ ਬੱਚਿਆਂ ਨੇ ਸੋਚਿਆ ਹੋਇਆ ਕਿ ਉਹਨਾਂ ਨੇ ਆਫਿਸਰ ਬਣਨਾ, ਉਹਨਾਂ ਨੂੰ ਘਰੋਂ ਨਿਕਲ ਕੇ ਹੈ ਨਾ ਤਿਆਰੀ ਕਰਨੀ ਉਹ ਪੈਣੀ ਹੈ। ਦੇ ਹੈਵ ਟੂ ਬੀ ਅਵੇ ਫਰੋਮ ਦੇਅਰ ਫੈਮਿਲੀ, ਥੋੜਾ ਟਾਈਮ ਰਹਿਣਾ ਪੈਣਾ ਤਾਂ ਕਿ ਉਹ ਸਕਸੈਸਫੁਲ ਹੋ ਸਕਣ। ਉਹੀ ਇਹ ਈਡੀਅਮ ਦਾ ਮਤਲਬ ਹੈ। ਆ ਜਾਓ ਸਾਰੇ ਆਪਸ਼ਨ ਦੇਖੀਏ। ਪਹਿਲਾ ਕੀ ਹੈ? ਐਵਰੀਵਨ ਸ਼ੁੱਡ ਫੋਲੋ ਰੂਲਸ, ਰੈਲੇਵੈਂਟ ਗੱਲ ਨਹੀਂ ਹੈ ਨਾ ਇੱਥੇ ਇਹ। ਦੂਸਰਾ ਕੀ ਹੈ? ਸੇਫਟੀ ਇਜ਼ ਦੀ ਹਾਈਐਸਟ ਪ੍ਰਾਇੋਰਟੀ, ਗਲਤ। ਇਹੀ ਤਾਂ ਆਪਾਂ ਉੱਤੇ ਕਹਿ ਕੇ ਆਏ ਕਿ ਇਹ ਚੀਜ਼ ਤਾਂ ਹੋਣੀ ਨਹੀਂ ਚਾਹੀਦੀ। ਗ੍ਰੇਟ ਥਿੰਗਸ ਰਿਕੁਆਇਰ ਰਿਸਕਸ, ਠੀਕ ਹੈ, ਸਹੀ ਗੱਲ ਹੈ ਨਾ, ਬਿਲਕੁਲ ਇਹੀ ਤਾਂ ਆਪਾਂ ਹੁਣੇ ਸਮਝ ਕੇ ਹਟੇ ਇਸ ਈਡੀਅਮ 'ਚ। ਚੌਥਾ ਕੀ ਹੈ? ਹੋਮ ਇਜ਼ ਬੈਟਰ ਦੈਨ ਆਊਟਸਾਈਡ, ਇਹ ਵੀ ਬਿਲਕੁਲ ਇਰਰੈਲੇਵੈਂਟ ਹੈ। ਕੀ ਆਨਸਰ ਬਣਿਆ ਇਹਦਾ? ਗ੍ਰੇਟ ਥਿੰਗਸ ਰਿਕੁਆਇਰ ਰਿਸਕਸ। ਠੀਕ ਹੈ ਨਾ, ਪਰ ਇਹ ਵੀ ਨਹੀਂ ਕਿ ਤੁਸੀਂ ਬਹੁਤ ਤਗੜਾ ਹੀ ਰਿਸਕ ਲੈ ਲਓ। ਰਿਸਕ ਦਾ ਮਤਲਬ ਹੁੰਦਾ ਕਿ ਬੜੇ ਕੈਲਕੂਲੇਟਿਡ ਰਿਸਕਸ ਲੈਣਾ। ਕੀ ਲੈਣਾ? ਕੈਲਕੂਲੇਟਿਡ ਰਿਸਕਸ। ਜਿਸ 'ਚ ਆਪਾਂ ਨੂੰ ਪਤਾ ਹੈ ਕਿ ਜੇ ਮੈਂ ਇਹ ਚੀਜ਼ ਕਰੂੰਗਾ ਤਾਂ ਮੈਨੂੰ ਇੰਨਾ ਇਹਦਾ ਬੈਨੀਫਿਟ ਹੋ ਸਕਦਾ ਹੈ ਨਾ। ਚਲੋ ਆਓ ਅੱਗੇ ਚੱਲੀਏ। ਅਗਲਾ ਕੀ ਹੈ? ਔਨ ਦੀ ਡੋਟ, ਔਨ ਦੀ ਡੋਟ। ਇਦਾਂ ਕੀ ਸੀਗਾ ਇਸ ਈਡੀਅਮ ਦਾ ਮਤਲਬ? ਯਾਦ ਆ ਰਿਹਾ ਸਭ ਨੂੰ? ਆਪਾਂ ਕੀ ਪੜਿਆ ਸੀਗਾ? ਆ ਜਾਓ ਆਪਸ਼ਨ ਦੇਖੀਏ। ਪਹਿਲਾ ਆਪਸ਼ਨ ਕੀ ਹੈ ਆਪਣੇ ਕੋਲ? ਸਡਨਲੀ, ਓਕੇ। ਦੂਸਰਾ ਕੀ ਹੈ? ਐਗਜ਼ੈਕਟਲੀ ਔਨ ਟਾਈਮ। ਤੀਸਰਾ ਕੀ ਹੈ? ਐਟ ਅ ਬਿਜ਼ੀ ਮੂਵਮੈਂਟ। ਚੌਥਾ ਕੀ ਹੈ? ਨੀਅਰ ਕੰਪਲੀਸ਼ਨ। ਔਨ ਦਾ ਡੋਟ ਆਪਾਂ ਕਿਹਨਾਂ ਲਈ ਯੂਜ਼ ਕਰਦੇ ਆ? ਜਿਹੜੇ ਬੰਦੇ ਆਪਣੇ ਟਾਈਮ ਤੇ ਪੱਕੇ ਹੁੰਦੇ ਨੇ, ਕਿ ਜੋ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਅਸੀਂ ਇਸ ਟਾਈਮ ਤੇ ਆਣਾ ਤੇ ਉਹ ਹਮੇਸ਼ਾ ਉਸ ਟਾਈਮ ਦੀ ਕਦਰ ਕਰਦੇ ਆ, ਜਿਨ੍ਹਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ? ਪੰਕਚੁਅਲ। ਇਹਦੇ ਲਈ ਆਪਾਂ ਕੀ ਕਹਿ ਸਕਦੇ ਹਾਂ? ਹੀ ਇਜ਼ ਵੈਰੀ ਪੰਕਚੁਅਲ। ਤਾਂ ਕੀ ਹੋਇਆ ਇਹਦਾ ਆਨਸਰ? ਕੀ ਹੋਇਆ? ਐਗਜ਼ੈਕਟਲੀ ਔਨ ਟਾਈਮ। ਚਲੋ ਅੱਗੇ ਚੱਲੀਏ ਆਪਾਂ। ਅਗਲਾ ਕੀ ਹੈ? ਗ੍ਰੇਟ ਬੋਸਟ ਸਮਾਲ ਰੋਸਟ। ਕੀ ਤੁਹਾਨੂੰ ਦੱਸਿਆ ਸੀ ਨਾ ਕਿ ਆਪਣੇ ਇੱਕ ਸਭ ਦੇ ਘਰੇ ਇੱਕ ਅੱਧਾ ਰਿਸ਼ਤੇਦਾਰ ਇਦਾਂ ਦਾ ਹੁੰਦਾ ਜਾਂ ਦੋਸਤ ਹੁੰਦਾ ਜੋ ਗੱਲਾਂ ਬੜੀ ਬੜੀ ਕਰਦਾ, ਪਰ ਜਦ ਉਹਨੂੰ ਕੰਮ ਕਹੋ ਤਾਂ ਜ਼ੀਰੋ ਕੰਮ ਕਰਦਾ, ਸਿਰਫ ਗੱਲਾਂ ਹੀ ਆਉਂਦੀਆਂ ਉਹਨੂੰ, ਹੋਰ ਕੁਝ ਨਹੀਂ ਆਉਂਦਾ, ਹੈ ਨਾ। ਉਹਨਾਂ ਲਈ ਇਹ ਈਡੀਅਮ ਯੂਜ਼ ਕੀਤਾ ਜਾਂਦਾ। ਆ ਜਾਓ ਆਪਸ਼ਨ ਦੇਖੀਏ। ਪਹਿਲਾ ਆਪਸ਼ਨ ਕੀ ਹੈ? ਗੁੱਡ ਸਟਾਰਟ ਬੈਡ ਐਂਡਿੰਗ। ਨਹੀਂ, ਗਲਤ ਹੈ। दूसरा ऑप्शन की है? बिग टॉक लिटिल एक्शन। चलो काफी है। स्मॉल एफर्ट बिग रिजल्ट। अच्छा। चौथा की है? लार्ज एक्सपेक्टेशंस एवरेज आउटकम। ਹੁਣ ਦੇਖੋ
ਇਸ 'ਚ ਜਿਹੜਾ ਆਲ ਆਪਸ਼ਨ ਹੈ ਇਹਦਾ ਸਿੱਧਾ ਹੀ ਆਪਾਂ ਐਲੀਮੀਨੇਟ ਕਰਤਾ ਹੈ ਨਾ ਕਿ ਇਹਦਾ ਕਦੇ ਵੀ ਨਹੀਂ ਹੋ ਸਕਦਾ। ਪਰ ਬਾਕੀ 3 ਆਪਸ਼ਨ ਬਹੁਤ ਜ਼ਿਆਦਾ ਹੀ ਜਿਨ੍ਹਾਂ ਨੇ ਈਡੀਅਮ ਨਹੀਂ ਪੜ੍ਹਿਆ ਉਹਨਾਂ ਨੂੰ ਬਹੁਤ ਜ਼ਿਆਦਾ ਲੱਗੋ ਕਿ ਰੈਲੇਵੈਂਟ ਜਿਹਾ ਕਿ ਉੱਥੇ ਗ੍ਰੇਟ ਹੈ, ਇੱਥੇ ਸਮੌਲ ਹੈ, ਇੱਥੇ ਬਿਗ ਹੈ, ਇੱਥੇ ਸਮੌਲ ਹੈ, ਇੱਥੇ ਸਮੌਲ ਹੈ, ਇੱਥੇ ਬਿਗ ਹੈ। ਹੁਣ ਜਿਨ੍ਹਾਂ ਨੂੰ ਇਹਦਾ ਐਕਚੁਅਲ ਬੋਸਟ ਦਾ ਮਤਲਬ ਨਹੀਂ ਪਤਾ ਉਹ ਫਸ ਜਾਣਗੇ ਕਿ ਬੋਸਟ ਦੇ ਨਾਲ ਕਿਆ ਹੁੰਦਾ ਹੈ ਨਾ। ਤਾਂ ਇਹਦਾ ਆਨਸਰ ਕੀ ਬਣੂਗਾ ਦੱਸੋ? ਬਿਗ ਟਾਕ ਲਿਟਲ ਐਕਸ਼ਨ, ਬਿਗ ਟਾਕ ਲਿਟਲ ਐਕਸ਼ਨ। ਕਿ ਜੋ ਗੱਲਾਂ ਦਾ ਬਹੁਤ ਬੜੀ ਕਰਦੇ ਨੇ ਪਰ ਐਕਸ਼ਨ ਉਹਨਾਂ ਦਾ ਜ਼ੀਰੋ ਹੁੰਦਾ। ਸਮਝੇ? ਚਲੋ ਆਓ ਅੱਗੇ ਚੱਲੀਏ। आ जाओ अगला इडियम करिए। टू स्टैंड ऑन, टू स्टैंड वंस ग्राउंड, टू स्टैंड वंस ग्राउंड। ठीक है की ऑप्शन इन्होंने चलो फिर आप इडियम डिस्कस करांगे। स्टे इन अ सेफ प्लेस, अच्छा जी। दूसरा की है रिफ्यूज टू बैक डाउन। तीसरा की है प्रोटेक्ट समवन। चौथा की है वेट फॉर एन अपॉर्चुनिटी। पहले का मतलब की है स्टे इन सेफ प्लेस का मतलब सुरक्षित जगह पर रहना। दूसरा की है रिफ्यूज टू बैक डाउन मतलब पीछे ना हटना। रिफ्यूज टू बैक डाउन का मतलब क्या होता है कि पीछे ना हटना। तीसरा की है प्रोटेक्ट समवन मतलब किसी की रक्षा करना। चौथा की है वेट फॉर एन अपॉर्चुनिटी मतलब किसी अपॉर्चुनिटी का इंतजार करना। की सीगा ਇਹਦਾ मतलब सो स्टैंड ऑन वंस ग्राउंड। स्टैंड ऑन वन ग्राउंड कौन होंगे ने ਜਿਹੜੇ ਬੰਦੇ ਆਪਣੀ ਗੱਲ ਤੇ ਡਟੇ ਰਹਿੰਦੇ ਨੇ ਕਿ ਉਹਨਾਂ ਨੇ ਇੱਕ ਡਿਸੀਜਨ ਲੈ ਲਿਆ ਲਾਈਫ 'ਚ ਤੇ ਉਹਦੇ ਡਟੇ ਰਹਿੰਦੇ ਨੇ। ਉਹ ਇਹ ਨਹੀਂ ਕਿ ਲੋਕਾਂ ਦੀ ਗੱਲਾਂ 'ਚ ਆ ਕੇ ਵੇਵਰ ਹੁੰਦੇ ਨੇ ਜਾਂ ਚੇਂਜ ਹੁੰਦੇ ਨੇ ਹੈ ਨਾ। ਇਹੀ ਗੱਲ ਮੈਂ ਤੁਹਾਡੇ ਸਾਰਿਆਂ ਤੋਂ ਐਕਸਪੈਕਟ ਕਰਦਾ ਕਿ ਜੇ ਤੁਸੀਂ ਸੋਚਿਆ ਹੋਇਆ ਕਿ ਅਸੀਂ ਲਾਈਫ 'ਚ ਕੁਝ ਅਚੀਵ ਕਰਨਾ ਤੇ ਯੂ ਸ਼ੁੱਡ ਸਟੈਂਡ ਔਨ ਯੋਰ ਗਰਾਊਂਡ ਹੈ ਨਾ। ਤੁਸੀਂ ਇਹ ਨਹੀਂ ਕਿ ਕਿਸੇ ਹੋਰ ਦੀ ਗੱਲ 'ਚ ਕਿਸੇ ਹੋਰ ਰਾਹ ਪੈ ਗਏ। ਆਪਣੀ ਗੱਲ ਤੇ ਡਟੇ ਰਹੋ ਤੇ ਹੋਰ ਐਫਰਟ ਜਿੰਨਾ ਹੋ ਸਕਦਾ ਐਫਰਟ ਵਧਾਓ ਆਪਣਾ। ਗਿਵ ਮੋਰ ਟਾਈਮ ਹੈ ਨਾ, ਗਿਵ ਮੋਰ ਐਫਰਟ। ਕੀ ਆਨਸਰ ਬਣੂਗਾ ਇਹਦਾ ਦੱਸੋ? ਰਿਫਿਊਜ਼ ਟੂ ਬੈਕ ਡਾਊਨ मतलब ਪਿੱਛੇ ਨਾ ਹਟਣਾ ਆਪਣੀ ਗੱਲ ਤੋਂ ਹੈ ਨਾ। ਇਹ ਗੱਲ ਆਪਾਂ ਆਪਣੇ ਫਰੀडम ਫਾਈਟਰਸ ਤੋਂ ਵੀ ਸਿੱਖੀ ਹੈ ਨਾ ਤੇ ਆਪਣੇ ਗੁਰੂਆਂ ਤੋਂ ਵੀ ਸਿੱਖੀ ਹੈ ਕਿ ਜੋ ਚੀਜ਼ ਸਹੀ ਹੈ ਉਹਦੇ ਲਈ ਹਮੇਸ਼ਾ ਖੜੇ ਰਹਿਣਾ ਆਪਣੀ ਜਗ੍ਹਾ ਤੇ, ਪਿੱਛੇ ਨਹੀਂ ਹਟਣਾ ਕਦੇ। ਆ ਜਾਓ ਅੱਗੇ ਚੱਲੀਏ। ਇਹ ਕੀ ਹੈ? ਬਰਨ ਦੀ ਮਿਡਨਾਈਟ ਆਇਲ, ਬਰਨ ਦੀ ਮਿਡਨਾਈਟ ਆਇਲ। ਇਹ ਗੱਲ ਮੈਂ ਤੁਹਾਨੂੰ ਪਿਛਲੇ ਜਿਹੇ ਲੈਕਚਰ 'ਚ ਪੜ੍ਹਾਇਆ ਸੀ ਤਦ ਵੀ ਕਿਹਾ ਸੀ ਕਿ ਇਹ ਮੈਂ ਤੁਹਾਡੇ ਤੋਂ ਐਕਸਪੈਕਟ ਕਰਦਾ ਕਿ ਯੂ ਆਲ ਸ਼ੁੱਡ ਬਰਨ ਮਿਡਨਾਈਟ ਆਇਲ, ਯੂ ਆਲ ਸ਼ੁੱਡ ਬਰਨ ਮਿਡਨਾਈਟ ਆਇਲ। ਕੀ ਕਹਿੰਦੇ ਆ ਇਸ ਨੂੰ ਕਿ ਜਦ ਆਪਾਂ ਲੇਟ ਨਾਈਟ ਤੱਕ ਜਾਗ ਕੇ ਆਪਣਾ ਕੰਮ ਕਰਦੇ ਹਾਂ ਹੈ ਨਾ। ਆ ਜਾਓ ਆਪਸ਼ਨਸ ਦੇਖੀਏ ਕੀ ਕੀ ਨੇ। वर्क लेट इन टू नाइट है ना। दूसरा की है वेस्ट रिसोर्सिस। तीसरा की है प्लान सीक्रेटली या ट्रैवल आफ्टर डार्क। अब देखो प्लान सीक्रेटली तो मैं सीधा ही कट सकता, कोई सेंस नहीं बना रहा। पर बर्न द मिडनाइट ऑयल का मतलब ट्रैवल भी नहीं हो सकता कि ट्रैवल की गल नहीं हो रही है। पर वेस्ट रिसोर्सिस जरूर हो सकती है क्योंकि वो की कह रहा बर्न द मिडनाइट ऑयल कि ऑयल ਨੂੰ बर्न कर रहा हो सकता रिसोर्सिस वेस्ट कर रहे हो। तो जिन्होंने ईडन का परफेक्ट मतलब नहीं पता कि ਇਹਦਾ मतलब ਹੁੰਦਾ कि जो लोग ਲੇਟ ਨਾਈਟ ਤੱਕ ਵਰਕ ਕਰਦੇ ਉਹਨਾਂ ਲਈ ਯੂਜ਼ ਕਰਦੇ ਆ ਈਡੀਅਮ। ਹੁਣ ਜਿਵੇਂ ਤੁਹਾਡਾ ਐਗਜ਼ਾਮ ਆ ਰਿਹਾ 21 ਨੂੰ, ਤੁਹਾਨੂੰ ਸਭ ਨੂੰ ਥੋੜਾ ਦੇਰ ਐਕਸਟਰਾ ਟਾਈਮ ਦੇਣਾ ਚਾਹੀਦਾ ਰਾਤ ਨੂੰ ਪੜ੍ਹਾਈ 'ਚ। ਜੋ ਦਿਨ 'ਚ ਤੁਸੀਂ ਕਰਿਆ ਉਹਨੂੰ ਇੱਕ ਵਾਰ ਰਾਤ ਨੂੰ ਫੇਰ ਰਿਵਾਈਜ਼ ਕਰਕੇ ਸੋ ਤਾਂ ਕਿ ਉਹ ਤੁਹਾਡੇ ਦਿਮਾਗ 'ਚ ਫਿਕਸ ਹੋ ਜੇ ਹੈ ਨਾ। ਤੇ ਇਸ ਕਰਕੇ ਇਸ ਆਪਸ਼ਨ 'ਚ ਕਨਫਿਊਜ਼ ਨਹੀਂ ਹੋਣਾ, ਠੀਕ ਹੈ। ਕਨਫਿਊਜ਼ਿੰਗ ਹੈ ਪਰ ਕਨਫਿਊਜ਼ ਹੋਣਾ ਨਹੀਂ ਆਪਾਂ, ਠੀਕ ਹੈ। ਆਨਸਰ ਕੀ ਹੈ ਇਹਦਾ? वर्क लेट इनटू द नाइट। चलो अगे चलिए। ओके ਇਹਦਾ ਕੀ ਹੈ? ਐਸ ਕੀਨ ਐਸ ਮਸਟਰਡ, ਐਸ ਕੀਨ ਐਸ ਮਸਟਰਡ। ਮਸਟਰਡ ਆਪਾਂ ਕਿਹਨੂੰ ਕਹਿੰਦੇ ਆ? ਸਰਸੋਂ ਨੂੰ ਹੈ ਨਾ। ਜਿਹੜੀ ਆਪਾਂ ਘਰੇ ਸਰਸੋਂ ਦੇਖਦੇ ਨਾ ਸਰਸੋਂ ਦਾ ਤੇਲ, ਉਹਨੂੰ ਮਸਟਰਡ ਆਇਲ ਵੀ ਕਹਿੰਦੇ ਆ ਆਪਾਂ। ਕੀ ਅੱਛਾ ਕੀ ਆਪਸ਼ਨ ਨੇ ਫਿਰ ਆਪਾਂ ਡਿਸਕਸ ਕਰਾਂਗੇ ਈਡੀਅਮ ਨੂੰ। ਪਹਿਲਾ ਕੀ ਹੈ? ਵੈਰੀ ਐਂਥੂਸੀਆਸਟਿਕ। पहला की है वेरी एंथुजियास्टिक। दूसरा की है एक्सट्रीमली जेलस। तीसरा की है ओवरली एग्रेसिव। चौथा हाईली डाउटफुल। वेरी एंथुजियास्टिक का मतलब क्या होता है? जो लोग बहुत ज़्यादा एनर्जेटिक होंगे ने, जो लोग बहुत ज़्यादा एनर्जेटिक होंगे ने। दूसरा की है एक्सट्रीमली जेलस। जेलस का मतलब होंगे जो बहुत ज़्यादा किसी तो जलते हैं है ना, सड़ते हैं किसी तरक्की देख के। ओके ओवरली अग्रैसिव का की मतलब होंगे जो बहुत ज़्यादा लड़ाई के वल में पैंदे ने है ना। अग्रैसिव वर्ड किहने लिए यूज होंगे? जो बहुत ज़्यादा लड़ते हैं, ठीक है। तो चौथा की है हाईली डाउटफुल। डाउटफुल का मतलब क्या होंगे? किसी ते बहुत ज़्यादा शक करना, किसी ते बहुत ज़्यादा शक करना है ना। तो की सीगा स्किनस मस्टर्ड का की मैं समझाया सीगा कि मस्टर्ड का ना टेस्ट जिन्होंने किया उन्होंने पता कि बड़ा तीखा जिहा टेस्ट होंगे, बड़ा अलग जिहा टेस्ट होंगे। तो उत्थों ही ये बनया कि मस्टर्ड ना बड़ी एक्साइटमेंट जी क्रिएट करता फूड च, ठीक है। तो इधरों ही ईडियम ओरिजिनेट होया एज स्किन एज मस्टर्ड उन्होंने यूज होंगे जो लोग बड़े ज़्यादा एनर्जेटिक होंगे ने, एंथुजियास्टिक होंगे ने है ना। तो की होया आंसर दसो? वेरी एंथुजियास्टिक।
ਨਾਲ ਨਾਲ ਆਪਣਾ ਪਹਿਲਾਂ ਖੁਦ ਆਨਸਰ ਟਿਕ ਕਰਿਆ ਕਰੋ ਵੀਡੀਓ ਪੌਜ਼ ਕਰਕੇ, ਫਿਰ ਮੇਰੀ ਐਕਸਪਲੇਨੇਸ਼ਨ ਸਮਝਿਆ ਕਰੋ, ਹੈ ਨਾ। ਇਦਾਂ ਨਹੀਂ ਕਿ ਪਹਿਲਾਂ ਮੇਰੇ ਤੋਂ ਹੀ ਆਨਸਰ ਦੇਖ ਲਿਆ। ਜਿੰਨਾ ਹੋ ਸਕਦਾ ਪਹਿਲਾਂ ਕੋਸ਼ਿਸ਼ ਕਰੋ ਕਿ ਹਾਂਜੀ ਮੈਂ ਆਨਸਰ ਤੱਕ ਪਹੁੰਚ ਪਾ ਰਿਹਾ ਕਿ ਨਹੀਂ ਪਹੁੰਚ ਪਾ ਰਿਹਾ, ਠੀਕ ਹੈ। ਹੁਣ ਜਿਹਨੂੰ ਇਸ ਈਡੀਅਮ ਦਾ ਐਗਜ਼ੈਕਟ ਮਤਲਬ ਨਹੀਂ ਪਤਾ ਉਹ ਨਹੀਂ ਕਰ ਸਕਦਾ, ਇਸ ਕਰਕੇ ਸਟਾਰ ਈਡੀਅਮ ਹੈ। ਜੇ ਆਇਆ ਤੇ ਬਹੁਤ ਲੋਕਾਂ ਨੂੰ ਨਹੀਂ ਆਉਂਦਾ ਹੋਊਗਾ ਤੇ ਇੱਥੇ ਤੁਹਾਨੂੰ ਐਜ ਮਿਲੂਗਾ, ਹੈ ਨਾ। ਚਲੋ ਅੱਗੇ ਚੱਲੀਏ। ਆ ਕੀ ਹੈ? ਬਲੈਸਿੰਗਸ ਇਨ ਡਿਸਗਾਈਜ਼। ਇਹ ਤਾਂ ਤੁਸੀਂ ਵੈਸੇ ਕਿਸੇ ਸਿਆਣੇ ਬੰਦੇ ਤੋਂ ਬਹੁਤ ਵਾਰ ਸੁਣਿਆ ਹੋਣਾ ਨਾ ਕਿ ਬਲੈਸਿੰਗ ਇਨ ਡਿਸਗਾਈਜ਼। ਓਕੇ, ਕੀ ਆਪਸ਼ਨ ਹੈ? ਸਮਥਿੰਗ ਗੁੱਡ ਹਿਡਨ ਇਨ ਅ ਪ੍ਰੋਬਲਮ। ਓਕੇ, ਦੂਸਰਾ ਕੀ ਹੈ? ਬੈਨੀਫਿਟ ਗਿਵਨ ਸੀਕ੍ਰੇਟਲੀ। ਹੋਰ ਕੀ ਦਿੱਤਾ ਹੋਇਆ? ਹੈਲਪ ਫਰੋਮ ਐਨ ਅਨਨੋਨ ਪਰਸਨ। ਹੋਰ ਕੀ ਦਿੱਤਾ ਹੋਇਆ? ਐਨ ਅਨਐਕਸਪੈਕਟਿਡ ਮਿਰੈਕਲ। ਐਨ ਅਨਐਕਸਪੈਕਟਿਡ ਮਿਰੈਕਲ। ਕੀ ਹੋਊਗਾ ਇਹਦਾ ਮਤਲਬ? ਲਾਓ ਸਾਰੇ ਜਣੇ ਆਨਸਰ ਲਾਓ ਆਪਣੇ ਆਪਣੇ। ਓਕੇ, ਮੈਂ ਸਮਝਾਉਂਦਾ। ਬਲੈਸਿੰਗ ਇਨ ਡਿਸਗਾਈਜ਼ ਦਾ ਕੀ ਮਤਲਬ? ਬਲੈਸਿੰਗ ਦਾ ਮਤਲਬ ਹੁੰਦਾ ਆਸ਼ੀਰਵਾਦ, ਤੇ ਡਿਸਗਾਈਜ਼ ਹੁੰਦਾ ਕਿ ਕਿਸੇ ਛੁਪੇ ਹੋਏ ਤਰੀਕੇ ਨਾਲ, ਹੈ ਨਾ। ਡਿਸਗਾਈਜ਼ ਉਹਨੂੰ ਬੋਲਦੇ ਹਾਂ ਆਪਾਂ। ਤੇ ਇਨ ਜਨਰਲ ਕੀ ਹੁੰਦਾ, ਕਦੇ ਕਦੇ ਨਾ ਆਪਣੇ ਨਾਲ ਕੋਈ ਚੀਜ਼ ਬਹੁਤ ਹੀ ਗਲਤ ਹੋ ਰਹੀ ਹੁੰਦੀ ਹੈ ਨਾ। ਆਪਾਂ ਉਸ ਟਾਈਮ ਉਸ ਗੱਲ ਨੂੰ ਨਹੀਂ ਸਮਝਦੇ, ਪਰ ਆਫਟਰ ਸਮ ਟਾਈਮ ਇਨ ਲਾਈਫ ਆਪਾਂ ਰਿਅਲਾਈਜ਼ ਕਰਦੇ ਹਾਂ ਕਿ ਜੋ ਹੋਇਆ ਨਾ ਵਧੀਆ ਲਈ ਹੋਇਆ, ਤੇ ਉਸ ਕਰਕੇ ਸਾਡੀ ਲਾਈਫ 'ਚ ਹੁਣ ਕੁਝ ਨਇਆ ਚੇਂਜ ਆਇਆ, ਤੇ ਉਸੇ ਜਗ੍ਹਾ ਆਪਾਂ ਉਸੇ ਸਿਚੁਏਸ਼ਨ 'ਚ ਆਪਾਂ ਈਡੀਅਮ ਯੂਜ਼ ਕਰਦੇ ਹਾਂ, ਬਲੈਸਿੰਗਸ ਇਨ ਡਿਸਗਾਈਜ਼। ਠੀਕ ਹੈ, ਤਾਂ ਇਹਦਾ ਆਨਸਰ ਕੀ ਬਣੂਗਾ? ਸਮਥਿੰਗ ਗੁੱਡ ਹਿਡਨ ਇਨ ਅ ਪ੍ਰੋਬਲਮ, ਹੈ ਨਾ। ਸਮਥਿੰਗ ਗੁੱਡ ਹਿਡਨ ਇਨ ਅ ਪ੍ਰੋਬਲਮ। ਮੰਨ ਲਓ ਜਿਵੇਂ ਤੁਸੀਂ ਕੋਈ ਮੌਕ ਦੇਣ ਗਏ, ਹੈ ਨਾ, ਤੇ ਤੁਸੀਂ ਬਹੁਤ ਸਾਰੇ ਦੋਸਤ ਗਏ, ਤੇ ਉਸ ਮੌਕ 'ਚ ਤੁਹਾਡਾ ਨੰਬਰ ਵਧੀਆ ਨਹੀਂ ਆਏ ਪਰ ਬਾਕੀ ਦੋਸਤਾਂ ਦੇ ਵਧੀਆ ਆਏ, ਤਾਂ ਤੁਸੀਂ ਬੜੇ ਹੀ ਡੀਮੋਟੀਵੇਟਡ ਜਿਹਾ ਫੀਲ ਕਰ ਰਹੇ ਹੋ। ਪਰ ਉਸੇ ਮੌਕ 'ਚ ਸ਼ਾਇਦ ਉਹ ਤੁਹਾਡੇ ਲਈ ਬਲੈਸਿੰਗ ਸੀ ਕਿ ਤੁਹਾਨੂੰ ਸਮਝ ਆਇਆ ਕਿ ਤੁਹਾਡੀ ਮਿਸਟੇਕਸ ਕਿੱਥੇ ਨੇ। ਤੁਸੀਂ ਉਸ ਮੌਕ ਤੋਂ ਆਪਣੀ ਮਿਸਟੇਕ ਸਿੱਖੀਆਂ, ਤੇ ਜਦ ਤੁਹਾਡਾ ਫਾਈਨਲ ਪੇਪਰ ਹੋਇਆ ਨਾ, ਉਹੀ ਮਿਸਟੇਕਸ ਤੁਸੀਂ ਰਿਪੀਟ ਨਹੀਂ ਕੀਤੀਆਂ, ਤੁਸੀਂ ਬੈਟਰ ਪਰਫਾਰਮ ਕਰਕੇ ਆਏ ਸਭ ਨਾਲੋਂ। ਤੇ ਇਹੀ ਜਿਹੜਾ ਮੌਕ ਦੀ ਸਿਚੁਏਸ਼ਨ ਸੀ ਨਾ, ਇਹ ਤੁਹਾਡੇ ਲਈ ਬਲੈਸਿੰਗ ਇਨ ਡਿਸਗਾਈਜ਼ ਬਣ ਕੇ ਆਈ। ਸਮਝੇ? ਚਲੋ ਹਾਂ, ਅਗਲਾ ਕੀ ਹੈ? ਫੇਸ ਦੀ ਮਿਊਜ਼ਿਕ। ਫੇਸ ਦੀ ਮਿਊਜ਼ਿਕ ਕੀ ਸੀਗਾ ਇਹਦਾ ਮਤਲਬ? ਆ ਜਾਓ। ਐਕਸੈਪਟ ਕੌਨਸੀਕੁਐਂਸਿਸ, ਕਨਫਰੰਟ ਅ ਰਾਈਵਲ, ਇੰਜੋਏ ਸਕਸੈਸ, ਟੋਲਰੇਟ ਅ ਬੋਰਿੰਗ ਸਿਚੁਏਸ਼ਨ। ਮਿਊਜ਼ਿਕ ਨਾਲ ਤੁਹਾਨੂੰ ਲੱਗਦਾ ਹੈ ਕਿ ਬੋਰਿੰਗ ਸਿਚੁਏਸ਼ਨ ਦਾ ਕੋਈ ਲੈਣ ਦੇਣਾ ਹੋਣਾ? ਮੈਨੂੰ ਤਾਂ ਨਹੀਂ ਲੱਗਦਾ, ਇਸ ਕਰਕੇ ਐਜ ਆਪਸ਼ਨ ਐਲੀਮੀਨੇਟ ਕਰ ਦਿਓ। ਅੱਛਾ, ਫੇਸ ਦਾ ਮਿਊਜ਼ਿਕ। ਹੁਣ ਅਗਲਾ ਕਨਫਰੰਟ ਰਾਈਵਲ। ਰਾਈਵਲ ਹੁੰਦਾ ਜਿਹੜਾ ਆਪਣਾ ਦੁਸ਼ਮਣ ਹੁੰਦਾ। ਕਿਆ ਲੱਗਦਾ ਤੁਹਾਨੂੰ ਕੋਈ ਆਸ-ਪਾਸ ਲੈਣ ਦੇਣਾ ਈਡੀਅਮ ਦਾ? ਨਹੀਂ, ਇਸ ਕਰਕੇ ਤੁਸੀਂ ਇਸ ਆਪਸ਼ਨ ਨੂੰ ਵੀ ਐਲੀਮੀਨੇਟ ਕਰ ਸਕਦੇ ਹੋ। ਐਸੇ ਨਾ ਮਤਲਬ ਕਈ ਵਾਰ ਈਡੀਅਮ 'ਚ ਮੋਸਟਲੀ ਕੀ ਹੁੰਦਾ ਕਿ ਜਿਹੜੇ ਆਪਾਂ ਈਡੀਅਮ ਦੇ ਰਿਲੇਟਿਡ ਨਾਲ ਹੀ ਉਹਦੇ ਜਿਹੜੇ ਵਰਡਸ ਹੁੰਦੇ ਨੇ ਉਹਦੇ ਰਿਲੇਟਿਡ ਹੀ ਉਹਦਾ ਮੀਨਿੰਗ ਹੁੰਦਾ। ਬਹੁਤ ਹੀ ਘੱਟ ਇਹੋ ਜਿਹੇ ਈਡੀਅਮਸ ਨੇ ਜਿਹੜਾ ਦਾ ਮਤਲਬ ਉਹਨਾਂ ਦੇ ਵਰਡਸ ਤੋਂ ਅਗੇਂਸਟ ਹੁੰਦਾ, ਜਿਵੇਂ ਆਪਾਂ ਨੋ ਲਵ ਲੋਸਟ ਕੀਤਾ ਸੀ। ਪਰ ਉਹਦੇ ਇਲਾਵਾ ਜਿੰਨੇ ਵੀ ਆਪਾਂ ਈਡੀਅਮਸ ਦੇਖੇ ਆ, ਤੁਸੀਂ ਦੇਖਿਆ ਹੋਣਾ ਕਿ ਉਹ ਬਹੁਤ ਹੀ ਕਲੋਜ਼ ਹੁੰਦੇ ਆ ਆਪਣੇ ਵਰਡਸ ਤੇ, ਹੈ ਨਾ। ਤਾਂ ਇਸ ਕਰਕੇ ਮੈਂ ਸੀ ਤੇ ਡੀ ਐਲੀਮੀਨੇਟ ਕਰਤਾ। ਪਰ ਮਿਊਜ਼ਿਕ ਤਾਂ ਆਪਾਂ ਤਦ ਵੀ ਫੇਸ ਕਰ ਸਕਦੇ ਜੇ ਆਪਾਂ ਨੂੰ ਕੋਈ ਸਕਸੈਸ ਮਿਲੇ, ਹੈ ਨਾ। ਨਹੀਂ, ਫੇਸ ਦਾ ਮਿਊਜ਼ਿਕ ਹੁੰਦਾ ਕਿ ਜਦ ਤੁਸੀਂ ਕੁਝ ਇਹੋ ਜਿਹਾ ਕੰਮ ਕੀਤਾ ਜਿਹਦੇ ਬਾਅਦ ਹੁਣ ਤੁਹਾਨੂੰ ਉਹ ਤੋਂ ਬਾਅਦ ਗੱਲਾਂ ਸੁਣਨੀ ਪੈ ਰਹੀਆਂ। ਫੋਰ ਐਗਜ਼ਾਮਪਲ, ਜਦ ਕੋਈ ਛੋਟਾ ਬੱਚਾ ਹੁੰਦਾ, ਉਹਨੇ ਫੁੱਟਬਾਲ ਖੇਡਦੇ ਖੇਡਦੇ ਘਰੇ ਕੋਈ ਉਹ ਤੋੜਤਾ, ਫੋਟੋ ਤੋੜਤੀ, ਸ਼ੀਸ਼ਾ ਤੋੜਤਾ ਘਰ ਦਾ, ਤੇ ਹੁਣ ਉਹਨੂੰ ਡਾਂਟ ਪੈ ਰਹੀ ਹੈ, ਤੇ ਇਹਨੂੰ ਆਪਾਂ ਕਹਾਂਗੇ ਕਿ ਉਹ ਹੀ ਇਜ਼ ਫੇਸਿੰਗ ਦਾ ਮਿਊਜ਼ਿਕ। ਮਤਲਬ ਹੁਣ ਆਪਣੇ ਜਿਹੜੇ ਉਹਨੇ ਐਕਸ਼ਨ ਕੀਤਾ ਸੀ ਉਹਦੇ ਕੌਨਸੀਕੁਐਂਸਿਸ ਬੀਅਰ ਕਰ ਰਿਹਾ। ਉਹ ਕੀ ਕਰ ਰਿਹਾ? ਕੌਨਸੀਕੁਐਂਸਿਸ ਬੀਅਰ ਕਰ ਰਿਹਾ। ਕੀ ਆਨਸਰ ਬਣੂਗਾ ਇਸ ਹਿਸਾਬ ਨਾਲ ਇਹਦਾ? ਐਕਸੈਪਟ ਕੌਨਸੀਕੁਐਂਸਿਸ, ਹੈ ਨਾ, ਕਿ ਹੁਣ ਤੁਹਾਨੂੰ ਗੱਲਾਂ ਸੁਣਨੀਆਂ ਹੀ ਪੈਣੀਆਂ ਨੇ। ਧਿਆਨ ਰੱਖਿਓ, ਜਿਹੜੇ ਜਿਹੜੇ ਮੈਂ ਆਨਸਰ ਮਾਰਕ ਕਰ ਰਿਹਾ, ਆਪਣੇ ਜਿਨ੍ਹਾਂ ਨੇ ਨਹੀਂ ਲੈਕਚਰ ਪਹਿਲਾਂ ਲਾਇਆ ਉਹ ਮਾਰਕ ਕਰੀ ਚੱਲੋ, ਹੈ ਨਾ। ਵੈਸੇ ਤਾਂ ਸੈਸ਼ਨ ਦੀ ਪੀਡੀਐਫ ਤੁਹਾਨੂੰ ਮਿਲ ਹੀ ਜਾਣੀ ਹੈ, ਪਰ ਫਿਰ ਵੀ, ਹੈ ਨਾ, ਇੱਕ ਆਪਣੇ ਨੋਟਸ ਲਈ ਹਮੇਸ਼ਾ ਲਿਖਿਆ ਕਰੋ ਕਿਸੇ ਚੀਜ਼ ਨੂੰ। ਉਹਦੇ ਨਾਲ ਨਾ ਮੈਮਰੀ ਰਿਟੈਂਸ਼ਨ ਜ਼ਿਆਦਾ ਹੁੰਦੀ ਹੈ। ਆਪਾਂ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਪੀਡੀਐਫਸ ਕਰਨ ਲੱਗ ਗਏ ਹਾਂ, ਪਰ ਆਪਾਂ ਆਪਣੀ ਰਿਟੈਂਸ਼ਨ ਘੱਟ ਰਹੀ ਹੈ, ਬਿਕੋਜ਼ ਹੁਣ ਆਪਾਂ ਲਿਖਦੇ ਨਹੀਂ ਹੈਗੇ। ਕੋਸ਼ਿਸ਼ ਕਰਿਆ ਕਰੋ ਜਿੰਨਾ ਹੋ ਸਕੇ ਲਿਖ ਕੇ ਪ੍ਰੈਕਟਿਸ ਕਰੋ, ਹੈ ਨਾ। ਉਹਦਾ ਹਮੇਸ਼ਾ ਇੱਕ ਜੋ ਆਪਣੇ ਦਿਮਾਗ 'ਚ ਰਿਟਨ ਮੈਮਰੀ ਦੀ ਜ਼ਿਆਦਾ ਵੈਲਿਊ ਹੁੰਦੀ ਹੈ ਰੈਦਰ ਦੈਨ ਰੀਡਿੰਗ ਮੈਮਰੀ। ਠੀਕ ਹੈ, ਚਲੋ ਆਓ। ਅਗਲਾ ਦੇਖੋ, ਅ ਪਲਮ ਜੋਬ। ਅ ਪਲਮ ਜੋਬ। ਪਲਮ ਕਿਹਨੂੰ ਕਹਿੰਦੇ ਆ? ਮੈਂ ਦੱਸਿਆ ਸੀ ਨਾ, ਇੱਕ ਫਰੂਟ ਹੁੰਦਾ ਪਲਮ। ਕਿਹੜਾ ਫਰੂਟ ਹੁੰਦਾ? ਆਲੂ ਬੁਖਾਰਾ, ਜਿਹਨੂੰ ਆਪਾਂ ਹਿੰਦੀ 'ਚ ਹੀ ਕਹਿੰਦੇ ਆ ਆਲੂ ਬੁਖਾਰਾ। ਤੇ ਉਹਦੇ ਨਾਲ ਹੀ ਇਹਦਾ ਮਤਲਬ ਜੁੜਿਆ ਹੋਇਆ। ਆ ਜਾਓ ਆਪਸ਼ਨ ਦੇਖੀਏ ਛੇਤੀ ਆਪਾਂ। ਅ ਹਾਈਲੀ ਡਿਜ਼ਾਇਰੇਬਲ ਜੋਬ। ਓਕੇ, ਦੂਸਰਾ ਕੀ ਹੈ? ਅ ਲੋ ਪ੍ਰੈਸ਼ਰ ਜੋਬ। ਓਕੇ, ਆ ਲਿਖਿਆ ਹੋਇਆ ਅ ਟੈਂਪਰੇਰੀ ਜੋਬ। ਅਗਲਾ ਕੀ ਹੈ? ਅ ਫਰੂਟ ਰਿਲੇਟਿਡ ਓਕੂਪੇਸ਼ਨ। ਹੁਣ ਆ ਆਪਸ਼ਨ ਬੜਾ ਹੀ ਕਨਫਿਊਜ਼ਿੰਗ ਹੈ। ਪਲਮ ਜੋਬ ਮਤਲਬ ਫਰੂਟ ਰਿਲੇਟਿਡ ਜੋਬ ਹੁੰਦਾ? ਦੱਸੋ ਜਿਹਨਾਂ ਨੇ ਪਹਿਲਾ ਲੈਕਚਰ ਲਾਇਆ ਹੋਇਆ, ਕੀ ਆਨਸਰ ਬਣੂਗਾ ਇਹਦਾ?
है ना, ये आंसर गलत है ਇਹਦਾ, मैं खुद ही ਇਹ ਮਾਰਕ ਕੀਤਾ ਹੋਇਆ, ਇਹ ਬਿਲਕੁਲ ਗਲਤ ਆਂਸਰ ਹੈ ਇਹਦਾ, ਫਰੂਟ ਰਿਲੇਟਡ ਜੋਬ ਨਹੀਂ ਹੁੰਦਾ। ਪਲਮ ਜੋਬ ਉਹ ਜੋਬ ਹੁੰਦੀ ਹੈ ਜੋ ਕਿ ਬਹੁਤ ਜ਼ਿਆਦਾ ਡਿਜ਼ਾਇਰੇਬਲ ਜੋਬ ਹੁੰਦੀ ਹੈ ਨਾ, ਜੋ ਬਹੁਤ ਈਜ਼ੀ ਹੋਵੇ ਤੇ ਬਹੁਤ ਜ਼ਿਆਦਾ ਡਿਜ਼ਾਇਰੇਬਲ ਹੋਵੇ, ਹੈ ਨਾ, ਜਿਹ 'ਚ ਬੜੀ ਹਾਈ ਪੇਇੰਗ ਜੋਬ ਹੁੰਦੀ ਹੈ, ਉਹਨੂੰ ਆਪਾਂ ਪਲਮ ਜੋਬ ਕਹਿੰਦੇ ਹਾਂ। ਤੇ ਇਹਦਾ ਆਂਸਰ ਕੀ ਬਣੂਗਾ, ਧਿਆਨ ਰੱਖਿਓ ਇਹਦਾ ਆਂਸਰ ਕੀ ਹੈ, ਅ ਹਾਈਲੀ ਡਿਜ਼ਾਇਰੇਬਲ ਜੋਬ। ਠੀਕ ਹੈ, ਜਦ ਕਿ ਇਹਦਾ ਬੀ ਆਪਸ਼ਨ ਵੀ ਬੜਾ ਕਲੋਜ਼ ਆਪਸ਼ਨ ਹੈ, ਅ ਲੋ ਪ੍ਰੈਸ਼ਰ ਜੋਬ। ਪਲਮ ਜੋਬ ਦਾ ਵੈਸੇ ਮਤਲਬ ਹੁੰਦਾ ਕਿ ਵੈਰੀ ਈਜ਼ੀ, very easy and high paying job। ठीक है, वह दोनों ऑप्शन बड़े कंफ्यूजिंग ने, पर जब कदे है जा तो हाईली डिजायरेबल जॉब लाना है। डिजायरेबल का मतलब होंगे जिहड़ी चीज़ की बहुत सारे लोगों चाह होंगे ना, उन्होंने आप कहने डिजायरेबल, क्या कहने उन्होंने आप डिजायरेबल। ठीक है, चलो आओ अगे चलिए, हो गया सब दा, चलो आ जाओ। अगला की है माई हैंड्स आर फुल। माई हैंड्स आर फुल की मतलब होया ना हिंदी च या पंजाबी च कि मेरे हाथ भरे हुए ने। चलो ऑप्शन देखिए, पहला ऑप्शन कहता आई रिफ्यूज टू हेल्प, ओके। दूसरा कहता आई एम कन्फ्यूज। तीसरा कहता आई एम मैनेजिंग टू मैनी पीपल। चौथा कहता आई एम वेरी बिजी। की आंसर आऊगा तुहाडे हिसाब नाल, कि किहड़े ऑप्शन जा रहे हो तुसीं सारे जने, वधिया ऑप्शंस ने इस क्वेश्चन के, है ना। हाँ देखो, आई रिफ्यूज टू हेल्प नहीं, ए दा आंसर नहीं है। रिफ्यूज टू हेल्प का मतलब मैं मदद नहीं करनी। दूसरा की है आई एम कन्फ्यूज, ये तो बिल्कुल ही गलत है, ये तो बड़ा क्रॉस मारो, कदे भी नहीं आंसर हो सकता, है ना। ऑप्शन एलिमिनेट भी करा करो, जब नहीं बनता ना पेपर च कई बार क्या होता है कि प्रोबेबिलिटी बढ़ जाती है। फॉर एग्जाम्पल तुम दो ऑप्शन च फस गए, दो एलिमिनेट करते, दो फस गए, तो हम इस केस कहना कि 50% प्रोबेबिलिटी सही हो सकता है, 50% प्रोबेबिलिटी गलत हो सकता, तो तुम रिस्क लै सकते हो। पर जब तुम ऑप्शन ही नहीं एलिमिनेट कर पाए ना, तो सिर्फ सही होने की प्रोबेबिलिटी 25% है, ਉਹਦੇ ਨਾਲ ਦਿੱਕਤ ਵੱਧਦੀ ਹੈ ਨਾ ਕਿ 75% प्रोबेबिलिटी गलत होने है। ठीक है, अगला कह रहा है मैनेजिंग टू मैनी पीपल, नहीं गलत, कोई ਇਹੋ ਜਿਹੀ ਗੱਲ ਹੀ ਨਹੀਂ ਹੋ ਰਹੀ, है ना। लास्ट ਇਹਦਾ ਕੀ ਹੈ आई एम वेरी बिजी। ਇਸ ਈਡੀਅਮ ਆਪਾਂ ਤਦ ਯੂਜ਼ ਕਰਦੇ ਆਪਣੇ ਕੋਲ ਬਹੁਤ ਸਾਰੇ ਕੰਮ ਹੁੰਦੇ ਨੇ, ਠੀਕ ਹੈ, ਤੇ ਆਪਣੇ ਕੋਲ ਕੋਈ ਬੰਦਾ ਆਂਦਾ ਕਿ ਮੈਨੂੰ ਇਹ ਹੋਰ ਕੰਮ ਕਰੇ, ਤਾਂ ਆਪਾਂ ਨੂੰ ਕਹਿੰਦੇ ਆ ਕਿ ਯਾਰ ਮਾਈ ਹੈਂਡਸ ਆਰ ਫੁੱਲ, ਹੈ ਨਾ, ਕਿ ਮੇਰੇ ਕੋਲ ਬਹੁਤ ਜ਼ਿਆਦਾ ਕੰਮ ਹੈ, ਮੈਂ ਹਲੇ ਤੇਰਾ ਕੰਮ ਨਹੀਂ ਕਰ ਸਕਦਾ। ਤੇ ਇਹਦਾ ਸਭ ਤੋਂ ਪਹਿਲਾ ਮੀਨਿੰਗ ਕੀ ਹੈ ਕਿ ਆਈ ਹੈਵ ਟੂ ਮਚ ਆਫ ਵਰਕ, ਉਹ ਤੋਂ ਬਾਅਦ ਹੈ ਕਿ ਹਾਂ ਆਈ ਐਮ ਵੈਰੀ ਬਿਜ਼ੀ। ਠੀਕ ਹੈ, ਤੇ ਇਹਦਾ ਆਨਸਰ ਕੀ ਬਣੂਗਾ, आई एम वेरी बिजी। ध्यान रखना, ठीक है, आई एम वेरी बिजी। आई रिफ्यूज टू हेल्प नहीं बनूगा ਇਹਦਾ मतलब, ठीक है, याद रखियो, ये बड़ा कंफ्यूजिंग है, पर ਇਹਦਾ मतलब क्या होता कि आई एम बिजी। चलो अगे चलिए। अगला की है मेक समबडीज हैकल्स राइज। मेक समबडीज हैकल्स राइज, जिन्हों ने ईडियम पहली बार देखा उन्होंने दसना ने, इतने असी एक यूट्यूब शॉर्ट भी बनाया सीगा, जिस च दो लोग एक मूवी की गल्लां करी जा रहे हैं, तो तीजे बंदा बड़ा परेशान हो रहा, अपना काम नहीं कर पा रहा, है ना। वो तो ही ईडियम बनया मेक समबडीज हैकल्स राइज। आ जाओ देखिए की ऑप्शन है, इम्प्रेस समवन डीपली, ओके। दूसरा की है मेक समवन सस्पिशियस, सस्पिशियस का मतलब की है शक होना। कन्फ्यूज का मतलब बोंदलना, है ना, परेशान जा हो जाना। चौथा है मेक समवन एंग्री। की आंसर बनूगा ਇਹਦਾ ਦੱਸੋ, मेक समवन एंग्री। याद आया कि जब ਆਪਾਂ ਕਿਸੇ ਨੂੰ ਬਹੁਤ ਜ਼ਿਆਦਾ ਗੁੱਸਾ ਦਿਲਾ ਦਈਏ ਤਾਂ ਉਹ 'ਚ ਕਹਿੰਦੇ ਆ ਕਿ ਹੀ ਇਜ਼ ਮੇਕਿੰਗ ਮਾਈ ਹੈਕਲਸ ਰਾਈਜ਼, ਜਦ ਕਿ ਜਿਹੜਾ ਆਹ ਵਾਲਾ ਇਹਦਾ ਬਿਲਕੁਲ ਓਪੋਜ਼ਿਟ ਹੋਇਆ, ਇਹ ਤਾਂ ਬਿਲकुल ही ਓਪੋਜ਼ਿਟ ਆਪਸ਼ਨ ਹੋਇਆ। ठीक है, ये कदे भी नहीं हो सकता इस करके। ठीक है, मेक समवन सस्पिशियस इस केस से बिल्कुल भी नहीं लग रहा। ठीक है, लास्ट के कंफ्यूज समवन, ये भी बिल्कुल ही बेकार ऑप्शन। ठीक है, चलो आओ चलिए अगे। ओके, टू रन दी गॉन्टलेट। की सीगा दसो, पहला की है रेस अगेंस्ट टाइम, कि टाइम दे अगेंस्ट रेस आप छेती काम करना। दूसरा की है चैलेंज समवन ब्रेवली। चैलेंज समवन ब्रेवली मतलब किसी ने बड़े बिना डरे हुए किसी ने चैलेंज करना। ठीक है, ये तो बाद की ऑप्शन एस्केप पुनिशमेंट। पुनिशमेंट का मतलब सजा नू, सजा तो बच जाना। लास्ट ऑप्शन की है फेस अ सीरीज ऑफ डिफिकल्टीज। फेस अ सीरीज ऑफ डिफिकल्टीज क्या सीगा, रन का मतलब क्या होया, हुण रन का मतलब तुसीं रेस नाल भी ला सकते हो, है ना, ते
बाकी किसी ऑप्शन ला सकते हो, टू रन दी गॉन्टलेट, एस्केप पनिशमेंट कदे हो सकता है नहीं, है ना। अच्छा, चैलेंज समवन ब्रेवली, नहीं, कदे भी नहीं। ऑप्शन देखो, ईडीएम देखो, ऑप्शन देखो, नहीं बन रही गल। हुण वास्ते रेस अगेंस्ट टाइम या फेस अ सीरीज ऑफ डिफिकल्टीज, की सी ਇਹਦਾ आंसर, टू फेस अ सीरीज ऑफ डिफिकल्टी। जब किसी बंदे ਨੂੰ लगातार कोई डिफिकल्टी फेस हो रही है, फॉर एग्जांपल ਤੁਸੀਂ ਸਵੇਰੇ उठे, बस मिस होगी, ऑफिस पहुंचे, एंट्री लेट होगी, ठीक है, ਉਹ ਤੋਂ ਬਾਅਦ ਜਿਹੜਾ ਕੰਮ ਕਰ ਰਹੇ ਸੀ ਕੰਮ ਸਹੀ ਨਹੀਂ ਹੋ ਰਿਹਾ, ਸ਼ਾਮ ਨੂੰ ਆਂਦੇ ਆਂਦੇ ਤੁਹਾਡੇ ਸ਼ੂਜ਼ ਖਰਾਬ ਹੋ ਗਏ, ਠੀਕ ਹੈ, ਘਰੇ ਪਹੁੰਚੇ ਲਾਈਟ ਨਹੀਂ ਹੈ, ਠੀਕ ਹੈ, ਉਹ ਤਾਂ ਤੁਸੀਂ ਇਰੀਟੇਟਿਡ ਜਿਹੇ ਹੋ ਗਏ ਬਿਲਕੁਲ ਹੀ, ਉਹਨੂੰ ਆਪਾਂ ਕਹਾਂਗੇ ਕਿ ਅੱਜ ਤਾਂ ਇਹ ਗੌਂਟਲੈਟ ਰਨ ਕਰਕੇ ਆਇਆ ਬੰਦਾ। ਕੀ ਆਨਸਰ ਹੈ ਇਹਦਾ? ਫੇਸ ਡਿਫਿਕਲਟੀਜ਼। ਕਰ ਲਓ ਇਹਨੂੰ ਮਾਰਕ। ਚਲੋ ਅੱਗੇ ਚੱਲੀਏ। ਓਕੇ, ਆ ਕੀ ਹੈ? ਸਪਿਲ ਦਾ ਬੀਨਸ। ਕੀ ਲਿਖਿਆ ਹੋਇਆ ਇਸ 'ਚ ਦੱਸੋ, ਆਪਸ਼ਨ ਪੜੋ ਤੇ ਆਨਸਰ ਟਿਕ ਕਰੋ ਆਪਣਾ ਆਪਣਾ। पहला की है रिवील अ सीक्रेट, दूसरा की है लूज एन अपॉर्चुनिटी, तीसरा की है रूइन अ प्लान, चौथा की है फॉरगेट समथिंग इंपॉर्टेंट। की सीगा ਇਹਦਾ ਦੱਸੋ? रिवील अ सीक्रेट ਦਾ मतलब ਹੁੰਦਾ ਕਿਸੇ ਦਾ ਰਾਜ਼ ਖੋਲ ਦੇਣਾ। दूसरा ऑप्शन क्या है? लूज एन अपॉर्चुनिटी। लूज एन अपॉर्चुनिटी ਦਾ मतलब क्या ਹੁੰਦਾ ਕਿ ਤੁਸੀਂ ਤੁਹਾਡੇ ਕੋਲ ਕੋਈ ਮੌਕਾ ਆਇਆ ਸੀ, ਤੁਸੀਂ ਉਹਨੂੰ ਖੋਤਾ। ਫॉर एग्जांपल ਤੁਹਾਡਾ 21 ਦਸੰਬਰ ਦਾ ਮੌਕਾ ਹੈ ਆਪਣੇ ਆਪ ਨੂੰ ਪ੍ਰੂਵ ਕਰਨ ਦਾ, ਪਰ ਤੁਸੀਂ ਪੜ੍ਹ ਹੀ ਨਹੀਂ ਰਹੇ, ਤਾਂ ਤੁਸੀਂ ਇੱਕ ਓਪਰਚੁਨਿਟੀ ਲੂਜ਼ ਕਰ ਰਹੇ ਹੋ। ਤੀਸਰਾ ਕੀ ਹੈ? ਰੂਇਨ ਅ ਪਲਾਨ, ਮਤਲਬ ਕੋਈ ਤੁਸੀਂ ਪਲੈਨਿੰਗ ਕੀਤੀ ਸੀ ਉਹਨੂੰ ਖਰਾਬ ਕਰ ਦੇਣਾ। ਚੌਥਾ ਕੀ ਹੈ? ਫੋਰਗੇਟ ਸਮਥਿੰਗ ਇੰਪੋਰਟੈਂਟ, ਕਿ ਕਿਸੇ ਜ਼ਰੂਰੀ ਕੰਮ ਨੂੰ ਭੁੱਲ ਜਾਣਾ। ਕੀ ਸੀਗਾ ਇਹਦਾ ਆਨਸਰ ਦੱਸੋ? ਸਪਿਲ ਦਾ ਬੀਨਸ ਦੱਸਿਆ ਸੀ ਨਾ ਮੈਂ, ਕੀ ਬਣੂਗਾ? ਟੂ ਰਿਵੀਲ ਅ ਸੀਕ੍ਰੇਟ। ਯਾਦ ਆ ਗਿਆ ਜਿਹਨਾਂ ਨੇ ਲੈਕਚਰ ਲਾਇਆ ਸੀਗਾ? ਸਪਿਲ ਬੀਨਸ ਕਿਹਨੂੰ ਕਹਿੰਦੇ ਆਪਾਂ? ਜਿਹੜੇ ਰਾਜਮਾ ਦਾਣੇ ਹੁੰਦੇ ਨੇ ਉਹਨਾਂ ਨੂੰ ਬੀਨਸ ਕਹਿੰਦੇ ਆ। ਤੇ ਉੱਥੋਂ ਇਡੀਅਮ ਬਣਿਆ ਸੀਗਾ ਕਿ ਜੇ ਕਿਸੇ ਨੇ ਇਦਾਂ ਕੋਈ ਸੀਕ੍ਰੇਟ ਆਊਟ ਕਰਤਾ ਜਿਹੜਾ ਤੁਸੀਂ ਸਿਰਫ ਉਹਨੂੰ ਦੱਸਿਆ ਸੀ, ਤੇ ਉਹਦੇ ਲਈ ਆਪਾਂ ਕਹਿੰਦੇ ਆ ਕਿ ਹੀ ਸਪਿਲਡ ਦੀ ਬੀਨਸ। ਠੀਕ ਹੈ, ਚਲੋ ਅੱਗੇ ਚੱਲੀਏ। ਓਕੇ, ਹੁਣ ਆਪਾਂ ਵਰਡਸ ਤੇ ਆ ਗਏ। ਪਹਿਲਾ ਵਰਡ ਕੀ ਹੈ? ਮੋਲੀਕੋਡਲ। ਕੀ ਹੈ ਪਹਿਲਾ ਵਰਡ? ਮੋਲੀਕੋਡਲ। ਕੀ ਸੀਗਾ ਇਹਦਾ ਮਤਲਬ ਦੱਸੋ? पहला ऑप्शन देखिए, ट्रीट समवन टू जेंटली, ओके, क्रिटिसाइजिंग शार्पली, ट्रेन समवन स्ट्रिक्टली, अवॉइड रिस्पॉन्सिबिलिटी। ਕੀ ਸੀਗਾ? ਮੈਂ ਕਿਸ ਸੀ ਸੀ ਕਿ ਇੱਕ ਮੋਲੀ ਨਾਮ ਦੀ ਕੁੜੀ ਹੈ ਜਿਹਨੂੰ ਸਭ ਬੜਾ ਪਿਆਰ ਕਰਦੇ ਹੈ ਨਾ, ਉਹਨੂੰ ਕਡਲ ਕਰਦੇ ਨੇ, ਠੀਕ ਹੈ। ਤਾਂ ਮੋਲੀਕੋਡਲ ਦਾ ਮਤਲਬ ਕੀ ਹੋ ਗਿਆ? ਟਰੀਟ ਸਮਵਨ ਜੈਂਟਲੀ, ਟਰੀਟ ਸਮਵਨ ਟੂ ਜੈਂਟਲੀ। ਯਾਦ ਆ ਗਿਆ? ਕਦੇ ਕਦੇ ਆਪਾਂ ਛੋਟੇ ਬੱਚੇ ਨੂੰ ਨਾ ਬਿਲਕੁਲ ਵੀ ਡਾਂਟਦੇ ਨਹੀਂ ਜਦ ਕਿ ਉਹ ਗਲਤੀ ਕਰੀ ਜਾਂਦਾ, ਤੇ ਉਹਦੇ ਨਾਲ ਦੀ ਆਦਤਾਂ ਵਿਗੜ ਜਾਂਦੀਆਂ। ਉਹਨੂੰ ਆਪਾਂ ਕਹਿੰਦੇ ਹਾਂ ਕਿ ਆਪਾਂ ਇਹਨੂੰ ਮੋਲੀਕੋਡਲ ਕਰ ਰਹੇ ਤੇ ਇਹਦੀ ਆਦਤਾਂ ਨੂੰ ਵਿਗਾੜ ਰਹੇ। ਇਸ ਕਰਕੇ ਜਦ ਬੱਚਾ ਗਲਤੀ ਕਰਦਾ ਉਹਨੂੰ ਸਮਝਾਉਣਾ ਬਹੁਤ ਜ਼ਰੂਰੀ ਹੁੰਦਾ ਕਿ ਨਹੀਂ ਇਹ ਗਲਤ ਹੈ, ਤੇ ਤਾਂ ਕਿ ਬੱਚਾ ਅਗਲੀ ਵਾਰ ਉਹ ਗਲਤੀ ਰਿਪੀਟ ਨਾ ਕਰੇ। ਇਸ ਕਰਕੇ ਮੋਲੀਕੋਡਲ ਇਜ਼ ਅ ਬੈਡ ਹੈਬਿਟ, ਹੈ ਨਾ, ਮੋਲੀਕੋਡਲ ਨਹੀਂ ਕਰਨਾ ਚਾਹੀਦਾ। ਕੀ ਹੈ? ਇੱਕ ਨੈਗੇਟਿਵ ਵਰਡ ਹੈ। नेगेटिव और बैड हैबिट। चलो अगे चलिए। अगला की अपने को कैपराइज। की करिया सी आपां कैपराइज नाल? याद करो, वधिया वर्ड है ना, ਜਿਹੜੇ ਬੱਚੇ ਪਹਿਲੀ ਵਾਰ ਦੇਖ ਰਹੇ ਨੇ कैपराइज ਕਿਸੇ ਨੇ ਪਹਿਲੇ पढ़िया भी नहीं होना। की ऑप्शन ले? डीपली डिसअपॉइंट, डीप डिसअपॉइंटमेंट, मतलब बहुत ज़्यादा ही इदा फील करना कि यार क्या ही हो गया, है ना। फिर की है? सडन चेंज ऑफ मूड। तीसरा की है? लॉन्ग टर्म प्लानिंग। चौथा की है? कॉम्प्लिकेटेड टास्क। सडन चेंज ऑफ मूड का मतलब क्या होंगे कि एकदम तो मूड च चेंज आ जाना कि यार मैं नहीं ये काम कर रहा। तीसरा की है? लॉन्ग टर्म प्लानिंग, किसी चीज़ में बहुत लंबे तरीके लंबे टाइम में प्लान करे रहना, ठीक है। चौथा की है? अ कॉम्प्लिकेटेड टास्क, मतलब बड़ा औखा कोई काम। की सीगा आंसर? याद करो। सडन चेंज ऑफ मूड याद आया सबनों? ਉਹਨਾਂ ਦੇ ਆਪਾਂ ਕੀ ਕਹਿੰਦੇ ਆ? ਕੈਪਰਾਈਸ। ਇਹਦੇ ਨਾਲ ਆਪਾਂ ਇੱਕ ਹੋਰ ਵਰਡ ਵੀ ਕੀਤਾ ਸੀ ਨਾ, ਵਿਮਸਿਕਲ। ਯਾਦ ਕਰੋ। याद आ रहा सबनों? चलो आओ अगे चलिए। मतलब ਹੁਣ ਤੱਕ ਜੇ ਸੈਸ਼ਨ ਪਸੰਦ ਆ ਰਿਹਾ, ਸੈਸ਼ਨ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਸਾਡੇ ਨਾਲ, ਹੈ ਨਾ, ਤਾਂ ਕਿ ਸਾਨੂੰ ਹੋਰ ਮੋਟੀਵੇਸ਼ਨ ਮਿਲੇ ਕੁਝ ਨਵਾਂ ਕੰਮ ਕਰਨ ਦੀ, ਠੀਕ ਹੈ। ਤੇ ਨਾਲ ਨਾਲ ਮੈਂ ਫੇਰ ਦੱਸਣਾ ਚਾਹੁੰਦਾ ਕਿ ਅਸੀਂ ਲੌਜੀਕਲ ਰੀਜ਼ਨਿੰਗ ਦੀ ਸੀਰੀਜ਼ ਵੀ ਸ਼ੁਰੂ ਕੀਤੀ ਹੋਈ ਹੈ, ਜਿਸ 'ਚ ਆਪਾਂ ਬਲੱਡ ਰਿਲੇਸ਼ਨ, ਕੋਡਿੰਗ ਡੀਕੋਡਿੰਗ ਤੇ ਕੈਲੰਡਰ ਖਤਮ ਕਰ ਲਿਆ, ਤੇ ਛੇਤੀ ਆਪਾਂ ਨੰਬਰ ਸੀਰੀਜ਼ ਚੈਪਟਰ ਸ਼ੁਰੂ ਕਰ ਰਹੇ ਹਾਂ, ਹੈ ਨਾ। ਚਲੋ ਆ ਜਾਓ ਅੱਗੇ ਚੱਲੀਏ। ओके, अगला वर्ड की है?
ਟੈਸੀਟਰਨ, ਟੈਸੀਟਰਨ। याद आ रहा है सब ਨੂੰ? चलो पहला ऑप्शन देखिए, पहला ऑप्शन की है एंग्री एंड लाउड, मतलब गुस्सा तो बहुत जोर जोर की बोलना। दूसरा की है कन्फ्यूज्ड एंड हेजिटेंट। कन्फ्यूज्ड एंड हेजिटेंट ਦਾ ਕੀ ਮਤਲਬ ਹੁੰਦਾ, ਜੋ ਬੰਦਾ ਬਹੁਤ ਜ਼ਿਆਦਾ ਹਮਨੇ ਕਨਫਿਊਜ਼ ਆਪਾਂ ਕਰਕੇ ਆਏ, ਤੇ ਹੈਜ਼ੀਟੈਂਟ ਹੁੰਦਾ ਜੋ ਬੰਦਾ ਕਿਸੇ ਕੰਮ ਨੂੰ ਕਰਨ ਤੋਂ ਬਚੇ, ਉਹਨੂੰ ਆਪਾਂ ਹੈਜ਼ੀਟੇਸ਼ਨ ਕਹਿੰਦੇ ਆ ਕਿ ਮੇਰੇ ਤੋਂ ਨਹੀਂ ਹੋਣਾ, ਮੈਂ ਨਹੀਂ ਕਰਨਾ। ਫਿਰ ਕੀ ਹੈ ਰਿਜ਼ਰਵਡ ਤੇ ਸਾਇਲੈਂਟ। ਰਿਜ਼ਰਵਡ ਕੌਣ ਹੁੰਦੇ ਨੇ, ਜੋ ਜ਼ਿਆਦਾ ਨਹੀਂ ਬੋਲਦੇ। ਚੌਥਾ ਕੀ ਹੈ ਟਾਕੇਟਿਵ ਐਂਡ ਫਰੈਂਡਲੀ। ਕੀ ਬਣੂਗਾ ਇਹਦਾ ਆਂਸਰ, ਯਾਦ ਕਰੋ, ਰਿਜ਼ਰਵਡ ਐਂਡ ਸਾਇਲੈਂਟ। ਯਾਦ ਆਇਆ ਸਭ ਨੂੰ? ਤੇ ਟਾਕੇਟਿਵ ਤੇ ਫਰੈਂਡਲੀ ਕੀ ਹੋਇਆ ਇਹਦਾ ਆਪੋਜ਼ਿਟ। ਨਾਲ ਦੀ ਨਾਲ ਆਪਣੇ ਐਂਟੋਨਿਮਸ ਵੀ ਕਵਰ ਕਰਦੇ ਰਹੋ। ਜੇ ਆਪਾਂ ਸਿਨੋਨਿਮਸ ਕਵਰ ਕਰ ਰਹੇ ਹਾਂ, ਨਾਲ ਦੀ ਨਾਲ ਉਹਦੇ ਐਂਟੋਨਿਮਸ ਵੀ ਕਵਰ ਕਰਦੇ ਰਹੋ। ठीक है, चलो आओ आगे चलिए। अगला की अपने को ग्रीगेरियस। ग्रीगेरियस की ऑप्शन है अपने को, सोशलेबल, सीक्रेटिव। सोशेबल का मतलब ਹੁੰਦਾ जो बहुत ज़्यादा सोसाइटी ਚ हस चल के मिलते हैं लोग, है ना। आर्गूमेंटेटिव ते हाईली इंटैलीजेंट। क्या आपसी ग्रीगेरियस का मतलब याद करो, ग्रैग नाम का एक बंदा जो बड़ा ही करता। ग्रैग नाम का बंदा जो बड़ा ही री करता, मतलब बहुत हसदा रहता। तो की बनूगा इसका आंसर, सोशेबल। की बनूगा, सोशेबल। ठीक है। आर्गूमेंटेटिव तो बिल्कुल ही बेकार शब्द हो गया। सीक्रेटिव भी नहीं आऊगा, हाईली इंटैलीजेंट भी नहीं आऊगा, तो ना आर्गूमेंटेटिव आऊगा। तो ये ग्रीगेरियस क्या हो गया, टैसीटर्न का एंटोनिम हो गया। याद रहोगी यह गल। चलो आगे चलिए। अगला की अपने को पैरामाउंट। क्या है, पैरामाउंट। चलो ऑप्शन देखिए दे। पहला की है वेरी रेयर, दूसरा की है ऑलमोस्ट इम्पॉसिबल, तीसरा की है मोस्ट इंपॉर्टेंट, चौथा की है पार्शली एक्सेप्टेबल। वेरी रेयर का मतलब होंगे कि कोई चीज़ बड़ी औखी मिलती है ना, उन्होंने पर रेयर कहने हैं। ठीक है। दूसरा की है ऑलमोस्ट इम्पॉसिबल, मतलब कदे भी ये काम हो नहीं सकता। तीसरा की है मोस्ट इंपॉर्टेंट। इंपॉर्टेंट का मतलब क्या होंगे कि बड़ा ही जरूरी काम है। चौथा की है पार्शली एक्सेप्टेबल। पार्शली एक्सेप्टेबल का मतलब कि थोड़ा बहुत कोई चीज़ एक्सेप्ट की जा सकती है ना। की सीगा दा आंसर दसो। पैरामाउंट क्या होंगे कि कोई बहुत इंपॉर्टेंट चीज़ होंगी, उन्होंने ਆਪਾਂ कहने इट इज़ ऑफ पैरामाउंट, है ना। जिमें हुण तुहाडा पढ़ाई ते फोकस करना फॉर 21 डिसंबर इज पैरामाउंट। ठीक है। टिल 21 डिसंबर स्टडी इज पैरामाउंट। ठीक है। वर्ड्स ਨੂੰ यूज़ करो अपनी डेली लाइफ 'ਚ, ਉਹਦਾ ਬੜਾ ਫਰਕ ਪੈਂਦਾ। ਜਦ ਆਪਾਂ वर्ड्स ਨੂੰ डेली लाइफ 'ਚ यूज़ ਕਰਦੇ ਨਾ, ਬੈਟਰ ਯਾਦ ਰਹਿੰਦੇ ਨੇ ਆਪਾਂ ਨੂੰ। ਆਪਾਂ ਇਹ ਕਰਦੇ ਹਾਂ ਪਰ ਰੱਟਾ ਮਾਰਨ ਦੀ ਕੋਸ਼ਿਸ਼ ਕਰਦੇ ਹਾਂ वर्ड्स ਤੇ ਈਡੀਅਮਸ ਦੀ, ਉਹਨਾਂ ਨੂੰ ਯੂਜ਼ ਨਹੀਂ ਕਰਦੇ ਵੋਕੈਬਲਰੀ ਨੂੰ, ਇਸ ਕਰਕੇ ਆਪਾਂ ਨੂੰ ਬੋਝ ਲੱਗਦਾ। ਠੀਕ ਹੈ। ਕੋਸ਼ਿਸ਼ ਕਰਿਆ ਕਰੋ ਕਿ ਕਮੈਂਟ ਬਾਕਸ 'ਚ ਆ ਕੇ ਜਿਹੜੇ ਵਰਡ ਸਿੱਖੇ ਆ ਉਹਨਾਂ ਨਾਲ ਕਮੈਂਟਸ ਬਾਕਸ 'ਚ ਆ ਕੇ ਕੋਈ ਸੈਂਟੈਂਸ ਬਣਾਓ। ਜਿਹੜਾ ਤੁਹਾਨੂੰ ਕੋਈ ਵਰਡ ਪਸੰਦ ਆਉਂਦਾ ਦੱਸੋ ਕਿ ਇਹ ਵਰਡ ਬੜਾ ਵਧੀਆ। ਠੀਕ ਹੈ। ਉਸ ਵਰਡ ਨੂੰ ਟੈਗ ਕਰਕੇ ਸਾਡੇ ਇੰਸਟਾਗ੍ਰਾਮ ਨੂੰ ਟੈਗ ਕਰਕੇ ਕੋਈ ਰੀਲ ਬਣਾਓ, ਕੁਛ ਬਣਾਓ, ਪਤਾ ਲੱਗੇ ਨਾ ਕਿ ਆਪਾਂ ਕੁਝ ਸਿੱਖ ਰਹੇ ਹਾਂ, ਤਾਂ ਹੀ ਤਾਂ ਫਾਇਦਾ। ਚਲੋ ਆਓ। ਅਗਲਾ ਕੀ ਹੈ ਪਗਨੇਸ਼ੀਅਸ। ਪਗਨੇਸ਼ੀਅਸ ਕੀ ਆਪਸ਼ਨ ਨੇ ਆਪਣੇ ਕੋਲ, ਫਿਰ ਮੈਂ ਦੱਸੂਗਾ ਕਿ ਕਿਵੇਂ ਮੈਂ ਯਾਦ ਕਰਾਇਆ ਸੀਗਾ। ਇਨੋਸੈਂਟ ਐਂਡ ਨਾਈਵ। ਨਾਈਵ ਦਾ ਮਤਲਬ ਹੁੰਦਾ ਜੋ ਬਹੁਤ ਭੋਲਾ ਬੰਦਾ ਹੁੰਦਾ। ਠੀਕ ਹੈ। ਬੜਾ ਹੀ ਭੋਲਾ ਬੰਦੇ ਨੂੰ ਆਪਾਂ ਕੀ ਕਹਿੰਦੇ ਹਾਂ, ਨਾਈਵ। ਠੀਕ ਹੈ। ਫਿਰ ਕੀ ਹੈ ਈਗਰ ਟੂ ਫਾਈਟ, मतलब ਜਿਹਨੂੰ ਬਹੁਤ ਲੜਨਾ ਬੜਾ ਪਸੰਦ ਹੈ। तीसरा की है डीपली थॉटफुल, जो बड़ा मतलब सोच समझ के कोई गल बोलता है ना, डीपली थॉटफुल बोलते हैं। आ भी सेम ही ऑप्शन आता, चलो एलिमिनेट ही हो गया सीधा ही। ठीक है। ਹੁਣ ਪਗਨੇਸ਼ੀਅਸ ਦਾ ਮੈਂ ਕੀ ਦੱਸਿਆ ਸੀਗਾ ਕਿ ਪਗਨੇਸ਼ੀਅਸ ਉਹ ਹੁੰਦਾ ਹੈ ਜਿਵੇਂ ਪਗ ਕਿਆ ਹੁੰਦਾ, ਇੱਕ ਡੌਗ ਹੁੰਦਾ ਹੈ ਨਾ। ਇਹ ਕੀ ਇੱਕ ਡੌਗ ਹੈ। ਠੀਕ ਹੈ। ਇਹਨੂੰ ਬਹੁਤ ਟਾਈਮ ਤੋਂ ਫੂਡ ਨਹੀਂ ਮਿਲਿਆ, ਜਿਹਦੇ ਕਰਕੇ ਹੁਣ ਇਹ ਕੀ ਹੋ ਗਿਆ ਐਂਗਰੀ, ਤੇ ਹੁਣ ਇਹ ਕੀ ਕਰ ਰਿਹਾ ਲੋਕਾਂ ਨੂੰ ਬਾਈਟ, ਜਾਂ ਫਿਰ ਈਗਰ ਟੂ फाइट। समझ रहे हो। याद होया सब नू किवें याद करे आपां, समझ आया सब नू। चलो आओ अगले वर्ड तो चलिए। अगला की है मैवरिक। अगला की है मैवरिक,
ਜਾਂ ਧਿਆਨ ਆ ਰਿਹਾ ਮੈਵਰਿਕ ਤੇ ਆਪਾਂ ਇੱਕ ਬਹੁਤ ਹੀ ਖਾਸ ਸ਼ਖਸੀਅਤ ਦੀ ਫੋਟੋ ਲਾਈ ਸੀ ਜਿਹਨਾਂ ਨੇ ਲੈਕਚਰ ਦੇਖਿਆ ਹੋਵੇ, ਤੇ ਮੈਂ ਕਿਹਾ ਸੀ ਕਦੇ ਵੀ ਤੁਸੀਂ ਉਹਨਾਂ ਦੀ ਫੋਟੋ ਦੇਖ ਕੇ ਜੇ ਤੁਸੀਂ ਯਾਦ ਕਰ ਲੈਣਾ ਸਟੂਡੈਂਟ ਤੁਸੀਂ ਕਦੇ ਨਹੀਂ ਭੁੱਲੋਗੇ, ਹੈ ਨਾ। ਪਹਿਲਾ ਕੀ ਹੈ ਇੰਡੀਪੈਂडेंट माइंडेड पर्सन, दूसरा रेबिलियस क्रिमिनल, तीसरा है वेरी टॉकेटिव लीडर, चौथा है स्ट्रिक्ट ट्रेडिशनलिस्ट। इंडिपेंडेंट माइंडेड पर्सन का क्या मतलब होंगे, जो आदमी बहुत ही अपने मतलब बहुत ही खुले दिमाग ਨਾਲ ਸੋਚਦਾ, ਉਹ ਇਹ ਨਹੀਂ ਕਿ ਦੁਨੀਆ ਦੀ ਸੋਚ ਤੇ ਚੱਲਦਾ, ਆਪਣੀ ਸੋਚ ਤੇ ਚੱਲਦਾ। ਦੂਸਰਾ ਕੀ ਹੈ ਰਿਬੈਲੀਅਸ ਕ੍ਰਿਮੀਨਲ ਦਾ ਮਤਲਬ ਹੁੰਦਾ ਕਿ ਜੋ ਇੱਕ ਰਿਬੈਲੀਅਨ ਕੋਸ ਕਰ ਰਿਹਾ ਪਰ ਉਹ ਰਿਬੈਲੀਅਨ ਕੋਈ ਚੱਜ ਦੀ ਚੀਜ਼ ਦਾ ਨਹੀਂ ਹੈ ਨਾ। ਤੀਸਰਾ ਕੀ ਹੈ ਆਪਣੇ ਕੋਲ ਦੱਸੋ, ਅ ਵੈਰੀ ਟਾਕੇਟਿਵ ਲੀਡਰ, ਟਾਕੇਟਿਵ ਲੀਡਰ ਦਾ ਮਤਲਬ ਜੋ ਬਹੁਤ ਗੱਲ ਕਰਨ ਵਾਲਾ ਲੀਡਰ ਹੈ। ਚੌਥਾ ਕੀ ਹੈ ਸਟ੍ਰਿਕਟ ਟ੍ਰੈਡੀਸ਼ਨਲਿਸਟ, ਟ੍ਰੈਡੀਸ਼ਨਲਿਸਟ ਉਹ ਬੰਦੇ ਹੁੰਦੇ ਨੇ ਜੋ ਸਿਰਫ ਇੱਕ ਕਨਵੈਨਸ਼ਨਲ ਸੋਚ ਹੈ, ਪੁਰਾਣੀ ਸੋਚ ਨੂੰ ਲੈ ਕੇ ਚੱਲਦੇ ਨੇ, ਉਹ ਕੋਈ ਨਵੀਂ ਸੋਚ ਨੂੰ ਐਕਸੈਪਟ ਹੀ ਨਹੀਂ ਕਰਨਾ ਚਾਹੁੰਦੇ, ਉਹ ਸਿਰਫ ਪੁਰਾਣੀ ਸੋਚ 'ਚ ਹੀ ਪਏ ਰਹਿਣਾ ਚਾਹੁੰਦੇ ਨੇ, ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਸਟ੍ਰਿਕਟ ਟ੍ਰੈਡੀਸ਼ਨਲਿਸਟ, ਠੀਕ ਹੈ। ਤੇ ਹੁਣ ਮੈਵਰਿਕ ਦਾ ਕੀ ਮੈਂ ਕਿਹਨਾਂ ਦੀ ਫੋਟੋ ਲਾਈ ਸੀਗੀ ਯਾਦ ਆ ਰਿਹਾ, ਸ਼ਹੀਦ ਭਗਤ ਸਿੰਘ ਜੀ ਦੀ, ਹੈ ਨਾ। ਉਹਨਾਂ ਤੋਂ ਮੈਂ ਕੀ ਦੱਸਿਆ ਸੀ ਕਿ ਉਹ ਬੜੇ ਉਹਨਾਂ ਦੀ ਕਨਵੈਨਸ਼ਨਲ ਸੋਚ ਨਹੀਂ ਸੀਗੀ ਕਿ ਆਪਾਂ ਬ੍ਰਿਟਿਸ਼ਰਸ ਦੇ ਅੰਡਰ ਰਹਿਣਾ, ਉਹਨਾਂ ਦਾ ਸੀਗਾ ਕਿ ਮੈਂ ਆਪਣੀ ਕੰਟਰੀ ਨੂੰ ਫ੍ਰੀ ਕਰਾਉਣਾ, ਕਿ ਸਾਡਾ ਸਭ ਤੋਂ ਪਹਿਲਾ ਹੱਕ ਆਜ਼ਾਦੀ ਹੈ ਨਾ। ਇੱਕ ਇੰਡੀਪੈਂਡੈਂਟ ਮਾਈਂਡ ਸੀਗਾ ਉਹਨਾਂ ਦਾ ਕਿ ਹਾਂ ਦੇਸ਼ ਨੂੰ ਆਜ਼ਾਦ ਕਰਾਉਣਾ। ਉਹਨਾਂ ਤੋਂ ਹਮੇਸ਼ਾ ਯਾਦ ਰੱਖੋ ਮੈਵਰਿਕ ਨੂੰ, ਠੀਕ ਹੈ। ਕੀ ਆਨਸਰ ਬਣੂਗਾ ਇਹਦਾ ਇੰਡੀਪੈਂਡੈਂਟ ਮਾਈਂਡਡ ਪਰਸਨ। ਤੇ ਜਿਹੜਾ ਆਪਸ਼ਨ ਡੀ ਹੈ ਉਹ ਇਹਦਾ ਬਿਲਕੁਲ ਹੀ ਉਹ ਹੈ ਆਪੋਜ਼ਿਟ ਹੈ। ਕਿਆ ਹੈ ਇਹਦਾ ਆਪੋਜ਼ਿਟ ਹੈ, ਠੀਕ ਹੈ। ਮੈਵਰਿਕ ਉਹ ਬੰਦੇ ਹੁੰਦੇ ਨੇ ਜੋ ਬਹੁਤ ਹੀ ਅਲੱਗ ਸੋਚਦੇ ਨੇ, ਉਹ ਕੁਝ ਨया ਕਰਨ ਦੀ ਸੋਚਦੇ ਨੇ, ਉਹਨਾਂ ਨੂੰ ਪੁਰਾਣੀ ਗੱਲਾਂ ਨਹੀਂ ਸਮਝ ਆਉਂਦੀਆਂ ਕਿ ਜਿਹੜੀ ਪੁਰਾਣੀ ਰੂੜੀਵਾਦੀ ਸੋਚ ਹੈ, ਉਹ ਸੋਸਾਇਟੀ 'ਚ ਕੁਝ ਨਵਾਂ ਚੇਂਜ ਲੈ ਕੇ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਆਪਾਂ ਮੈਵਰਿਕ ਬੋਲਦੇ ਹਾਂ, ਠੀਕ ਹੈ। ਚਲੋ ਅੱਗੇ ਚੱਲੀਏ। ਓਕੇ ਕੌਂਡੋਨ ਯਾਦ ਆ ਰਿਹਾ ਸਭ ਨੂੰ, ਕੌਂਡੋਨ ਕੀ ਕਰਿਆ ਸੀ ਆਪਾਂ। ਚਲੋ ਆਪਸ਼ਨ ਦੇਖੀਏ ਪਹਿਲਾਂ ਆਪਾਂ। ਪਹਿਲਾ ਆਪਸ਼ਨ ਕੀ ਹੈ ਸਪੋर्ट इलीगल एक्टिविटी, इलीगल ਦਾ ਮਤਲਬ ਗੈਰ ਕਾਨੂੰਨੀ। ਦੂਸਰਾ ਕੀ ਹੈ ਓਵਰਲੁੱਕ ਔਰ ਫॉरगिव ਔਰ ਰੋਂਗ, ਓਵਰਲੁੱਕ ਦਾ ਮਤਲਬ ਹੁੰਦਾ ਕਿਸੇ ਦੀ ਵੀ ਗਲਤੀ ਨੂੰ ਇਗਨੋਰ ਕਰ ਦੇਣਾ। ਤੀਸਰਾ ਕੀ ਹੈ ਐਨਕਰੇਜ ਇੰਪਰੂਵਮੈਂਟ, ਇੰਪਰੂਵਮੈਂਟ ਦਾ ਮਤਲਬ ਕੀ ਹੁੰਦਾ ਕਿ ਕਿਸੇ ਨੂੰ ਐਨਕਰੇਜ ਕਰਨਾ ਹੈ ਕੁਝ ਨया ਚੀਜ਼ ਕਰੋ। ਚੌਥਾ ਕੀ ਹੈ ਕਲੈਰੀਫਾਈ ਅ ਮਿਸਟੇਕ, ਕਲੈਰੀਫਾਈ ਮਿਸਟੇਕ ਦਾ ਮਤਲਬ ਆਪਣੀ ਮਿਸਟੇਕ ਦੀ ਸਫਾਈ ਦੇਣਾ ਕਿ ਮੈਂ ਇਹ ਮਿਸਟੇਕ ਮੇਰੇ ਤੋਂ ਹੋ ਗਈ, ਕਿਉਂ ਹੋ ਗਈ, ਇਹ ਸਭ। ਕੀ ਸੀਗਾ ਕੌਂਡੋਨ ਦਾ ਮਤਲਬ ਯਾਦ ਆ ਰਿਹਾ ਸਭ ਨੂੰ, ਕਿ ਕਿਸੇ ਦੀ ਮਿਸਟੇਕ ਨੂੰ ਓਵਰਲੁੱਕ ਕਰਨਾ, ਕਿਸੇ ਦੀ ਮਿਸਟੇਕ ਨੂੰ ਓਵਰਲੁੱਕ ਕਰਨਾ, ਠੀਕ ਹੈ ਯਾਦ ਹੈ। ਇਹਦਾ ਮਤਲਬ ਫॉरगिव ਵਗੈरह ਸਭ ਇਹਦੇ ਕੀ ਹੋ ਗਏ सिनोनिम्स ਹੋ ਗਏ, ठीक है। चलो आगे चलिए। अगला वर्ड क्या है मुनिफिसेंट, अगला वर्ड क्या है मुनिफिसेंट। मुनिफिसेंट ਆਪਾਂ ਪਹਿਲਾ ਆਪਸ਼ਨ ਦੇਖਦੇ ਹਾਂ ਫਿਰ ਆਪਾਂ ਇਹਨੂੰ ਯਾਦ ਕਰਨ ਦੀ ਕੋਈ ਟ੍ਰਿਕ ਦੇਖਦੇ ਹਾਂ। ਪਹਿਲਾ ਆਪਸ਼ਨ ਕੀ ਹੈ ਵੈਰੀ ਜੈਨਰਸ, ਜੈਨਰਸ ਉਹ ਬੰਦੇ ਹੁੰਦੇ ਨੇ ਜੋ ਮਤਲਬ ਕਿਸੇ ਵੀ ਮਤਲਬ ਡੋਨੇਸ਼ਨ ਤੋਂ ਪਹਿਲਾਂ ਕੁਝ ਸੋਚਦੇ ਨੇ, ਉਹ ਕਹਿੰਦੇ ਕਿ ਕੋਈ ਗੱਲ ਨਹੀਂ ਯਾਰ ਜਿੰਨਾ ਮੇਰੇ ਕੋਲ ਸੋਸਾਇਟੀ ਨੂੰ ਦੋ, ਠੀਕ ਹੈ। ਦੂਸਰਾ ਕੀ ਹੈ ਵੈਰੀ ਸਟਬਨ, ਸਟਬਨ ਕਿਹਨੂੰ ਕਹਿੰਦੇ ਆ ਜਿਹੜੇ ਬਹੁਤ ਜ਼ਿੱਦੀ ਹੁੰਦੇ ਨੇ, ਜੋ ਕਿ ਬਹੁਤ ਜ਼ਿਆਦਾ ਜ਼ਿੱਦੀ ਹੁੰਦੇ ਨੇ। ਤੀਸਰਾ ਕੀ ਹੈ ਵੈਰੀ ਕੋਸ਼ੀਅਸ, ਕੋਸ਼ੀਅਸ ਦਾ ਮਤਲਬ ਜੋ ਬਹੁਤ ਸੋਚ ਸਮਝ ਕੇ ਚੱਲਦੇ ਨੇ, ਜੋ ਕਿ ਬਹੁਤ ਜ਼ਿਆਦਾ ਸੋਚ ਸਮਝ ਕੇ ਚੱਲਦੇ ਨੇ, ਹੈ ਨਾ। ਹਰ ਚੀਜ਼ ਨੂੰ ਲੈ ਕੇ ਬੜਾ ਜ਼ਿਆਦਾ ਉਹ ਹੁੰਦੇ ਨੇ ਕਿ ਯਾਰ ਕਿ ਇਹ ਤਾਂ ਗਲਤ ਤਾਂ ਨਹੀਂ ਹੋ ਜਾਊਗਾ, ਇਹ ਤਾਂ ਨਹੀਂ ਹੋ ਜਾਊਗਾ, ਉਹਨੂੰ ਆਪਾਂ ਕੋਸ਼ੀਅਸ ਹੋਣਾ ਕਹਿੰਦੇ ਹਾਂ। ਤੇ ਚੌਥਾ ਕੀ ਹੈ ਵੈਰੀ ਐਰੋਗੈਂਟ, ਐਰੋਗੈਂਟ ਦਾ ਮਤਲਬ ਕੀ ਹੁੰਦਾ ਬਹੁਤ ਜ਼ਿਆਦਾ ਕਮੰਡੀ ਹੋਣਾ, ਬਹੁਤ ਜ਼ਿਆਦਾ ਕਮੰਡੀ ਹੋਣਾ। ਮੁਨੀਫਿਸੈਂਟ ਨਾ ਤੁਸੀਂ ਇਦਾਂ ਯਾਦ ਕਰ ਸਕਦੇ ਹੋ, ਵੈਸੇ ਦਾ ਆਨਸਰ ਕੀ ਹੈ ਜਿਹਨਾਂ ਨੇ ਲੈਕਚਰ ਲਾਇਆ ਉਹਨਾਂ ਨੂੰ ਤਾਂ ਆਪਾਂ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਵੈਰੀ ਜੈਨਰਸ। ਮੁਨੀਫਿਸੈਂਟ ਨੂੰ ਕਿਵੇਂ ਯਾਦ ਕਰ ਸਕਦੇ ਜਿਹੜੇ ਬੱਚੇ ਪਹਿਲੀ ਵਾਰ ਆਏ ਨੇ ਕਿ ਇੱਕ ਮੁੰਨੀ ਜਿਹੜੀ ਹੈ ਨਾ ਛੋਟੀ ਬੱਚੀ ਹੈ, ਤੇ ਜਦ ਉਹ ਤੋਂ ਆਪਾਂ ਉਹਦੀ ਕੋਈ ਟੋਫੀ ਮੰਗਦੇ ਆ ਨਾ ਉਹ ਫਟਾਫਟ ਦੇ ਦਿੰਦੀ ਆ, ਉਹ ਬੱਚੇ ਨੂੰ ਛੋਟੇ ਬੱਚੇ ਨੂੰ ਨਹੀਂ ਫਰਕ, ਛੋਟੇ ਬੱਚੇ ਤੁਸੀਂ ਟੋਫੀ ਵਗੈਰਾ ਮੰਗੋ ਦੇ ਦਿੰਦਾ। ਇਹ ਤਾਂ ਬੜੇ ਬੱਚੇ ਹੁੰਦੇ ਆ ਜਿਹਨਾਂ ਨੂੰ ਸਮਝ ਆ ਜਾਂਦੀ ਕਿ ਨਹੀਂ ਦੇਣਾ ਆਪਣਾ ਸਮਾਨ, ਤੇ ਇਸੇ ਕਰਕੇ ਮੁੰਨੀ ਹੈ ਨਾ ਉਹ ਬਹੁਤ ਜ਼ਿਆਦਾ ਜੈਨਰਸ ਹੈ। ਕੀ ਹੈ ਬਹੁਤ ਜ਼ਿਆਦਾ ਜੈਨਰਸ ਹੈ, ਠੀਕ ਹੈ। ਇਹ ਤੋਂ ਯਾਦ ਕਰ ਸਕਦੇ ਹੋ ਕਿ ਇੱਕ ਇਹ ਚਾਈਲਡ ਹੈ ਜੋ ਆਪਣੀ ਟੋਫੀਜ਼ ਕਿਸੇ ਨੂੰ ਵੀ ਦੇ ਦਿੰਦੀ ਹੈ, ਠੀਕ ਹੈ। चलो अगे चलिए। अगला की है चैस्टी, की है चैस्टी। दसो की मतलब है इस वर्ड का, बिल्कुल न्यू वर्ड है, स्टार मार्क कर लो शायद ही किसी को पता हो। ठीक है पहला की है एग्रैसिव, एग्रैसिव का मतलब फिर तो जो लड़ते हैं, ईजिली इन्फ्लुएंस्ड मतलब जो किसी भी गल्लां च आ जाते हैं। तीसरा की है फुलिश, फुलिश किहनूं कहने आपां मूर्ख नूं। चौथा की है प्योर और मॉडेस्ट, प्योर और मॉडेस्ट मतलब जो बहुत ही शांत, मतलब उन्होंने कोई फर्क नहीं मैं दुनियादारी तो, है ना,
ਉਹਦਾ ਜੇ ਲੋਕਾਂ ਨੂੰ ਆਪਾਂ ਪਿਓਰ ਔਰ ਮੋਡੈਸਟ ਕਹਿੰਦੇ। ਚੈਸਟੀ ਵਰਡ ਕਿਹਨਾਂ ਲਈ ਯੂਜ਼ ਹੁੰਦਾ? ਇਹਨਾਂ ਲਈ ਹੀ ਯੂਜ਼ ਹੁੰਦਾ। ਕਿਹਨਾਂ ਲਈ ਯੂਜ਼ ਹੁੰਦਾ? ਇਹਨਾਂ ਲਈ ਹੀ ਯੂਜ਼ ਹੁੰਦਾ। ਕਰ ਲਓ ਇਸ ਵਰਡ ਨੂੰ ਯਾਦ ਜਿਨ੍ਹਾਂ ਨੇ ਪਹਿਲੀ ਵਾਰ ਪੜ੍ਹਿਆ ਇਹ ਵਰਡ। ठीक है, चलो आगे चलिए। अगला की अपने को विंडफॉल। विंडफॉल, चलो आओ देखिए की ऑप्शन है। पहला ऑप्शन है सडन लॉस, दूसरा की है अ डिफिकल्ट डिसीजन, तीसरा की है अनएक्सपेक्टेड गेन, चौथा की है अ रेपिटेटिव टास्क। दसो की आंसर बनूगा ਇਹਦਾ? पता लग गया सबनों आंसर? की आंसर जिन्हें लेक्चर लाया हुआ है आ जाओ मेरे नाल करो। सडन लॉस, ओके सडन लॉस का मतलब एकदम तो नुकसान हो जाना। डिफिकल्ट डिसीजन का मतलब कि किसी भी चीज़ से डिसाइड करना बड़ा औखा हो। तीसरा की है अनएक्सपैक्टेड गेन, मतलब कितों भी अपन पैसे आ गए। चौथा की है अ रेपिटेटिव टास्क, रेपिटेटिव टास्क का मतलब एक काम ਨੂੰ बार-बार करते रहना। की ਸੀਗਾ ਇਹਦਾ ਆਨਸਰ ਦੱਸੋ? ਵਿੰਡਫਾਲ ਦਾ ਕੀ ਸੀਗਾ? ਕਿਸੇ ਨੇ ਇੱਕਦਮ ਤੋਂ ਲੋਟਰੀ ਦੀ ਟਿਕਟ ਜਿੱਤ ਲਈ। ਵਿੰਡਫਾਲ ਦਾ ਕੀ ਸੀਗਾ? ਕਿਸੇ ਨੇ ਇੱਕਦਮ ਤੋਂ ਲੋਟਰੀ ਦੀ ਟਿਕਟ ਜਿੱਤ ਲਈ, ਇਹਨੂੰ ਹੀ ਕਹਿੰਦੇ ਆ ਅਨਐਕਸਪੈਕਟਡ ਗੇਨ। ਸਡਨ ਲੌਸ ਤਾਂ ਬਿਲਕੁਲ ਹੀ ਆਪੋਜ਼ਿਟ ਹੋ ਗਿਆ। ਤੁਸੀਂ ਕਿੱਥੇ ਵਿੰਡਫਾਲ ਤੋਂ ਇਹ ਸੋਚੋ ਕਿ ਇਹ ਜੀ ਗਿਰ ਗਿਆ ਤੇ ਇਹਦਾ ਮਤਲਬ ਲੌਸ ਹੋ ਸਕਦਾ, ਨਹੀਂ, ਇਹ ਕਨਫਿਊਜ਼ਿੰਗ ਹੈ। ਠੀਕ ਹੈ, ਇਸ ਆਪਸ਼ਨ ਨੂੰ ਨਹੀਂ ਆंसर ਮਾਰਕ ਕਰਨਾ, ਕਨਫਿਊਜ਼ਿੰਗ ਹੈ ਇਹ ਥੋੜਾ ਜਿਹਾ। ਵਿੰਡਫਾਲ ਸਮਝੇ? ਆंसर ਕੀ ਹੈ ਇਹਦਾ? ਅਨਐਕਸਪੈਕਟਡ ਗੇਨ। ਧਿਆਨ ਰੱਖਣਾ, ਠੀਕ ਹੈ। ਇਹ ਜੇ ਵਰਡਸ ਨੇ ਜਿਹੜੇ ਪੇਪਰ 'ਚ ਆਪਾਂ ਗਲਤ ਕਰਨ ਦੇ ਹਾਈ ਚਾਂਸਿਸ ਹੁੰਦੇ ਆ ਤੇ ਆਪਣੇ ਨੰਬਰ ਆਪਾਂ ਲੂਜ਼ ਕਰਦੇ ਹਾਂ। ਠੀਕ ਹੈ, ਚਲੋ ਅਗਲੇ ਚੱਲੀਏ। अगला की अपने को एंटाइस। एंटाइस आ जाओ ऑप्शन देखिए छेती। फोर्सफुली कन्विंस, मतलब किसी ने तक किसी अपनी गल मनवाना है ना। दूसरा की है अट्रैक्ट और टेम्प्ट, किसी चीज़ ਨੂੰ ਆਪਣੇ ਵੱਲ ਖਿੱਚਣਾ ਹੈ ਨਾ। ਟੈਂਪਟਿੰਗ, ਕੋਈ ਟੈਂਪਟਿੰਗ ਦਾ ਹੋਰ ਕੀ ਸੀਗਾ ਕਿ ਜਿਵੇਂ ਤੁਹਾਨੂੰ ਕੋਈ ਕਾਰ ਬੜੀ ਪਸੰਦ ਆ ਰਹੀ ਹੈ, ਤੁਹਾਨੂੰ ਦੇਖ ਕੇ ਤੁਸੀਂ ਬੜਾ ਉਹ ਹੋ ਜਾਂਦੇ ਹੋ ਕਿ ਯਾਰ ਕੀ ਬਾਤ ਹੈ ਨਾ। फिर की है क्विकली रिजेक्ट। क्विकली रिजेक्ट का मतलब एकदम तो कि मैं नहीं करना है काम, मैं नहीं लेने कपड़े, इन्होंने भाई कहने रिजेक्शन करना। चौथा की है केयरफुली इग्नोर। केयरफुली इग्नोर का मतलब ध्यान नाल किसी गल नूं इग्नोर कर देना कि छड्ड यार क्यों इत्ते ध्यान देना आपां, है ना। की सीगा एंटाइज का मतलब दसो? अट्रैक्ट और टेम्प्ट। क्या सीगा? अट्रैक्ट और टेम्प्ट। ਇਹਦੇ ਨਾਲ ਤੁਹਾਨੂੰ ਇੱਕ ਸਿਨੋਨਿਮ ਇੱਕ ਹੋਰ ਵਰਡ ਯਾਦ ਆ ਰਿਹਾ, ਆਪਾਂ ਇੱਕ ਹੋਰ ਵਰਡ ਵੀ ਕੀਤਾ ਸੀਗਾ ਐਂਟਾਈਜ਼ ਦੇ ਨਾਲ ਦਾ, ਸੀ ਤੋਂ ਸੀਗਾ ਕੈਪਟੀਵੇਟ। ਉਹਨੂੰ ਇੱਕ ਕੈਪ ਬੜੀ ਜ਼ਿਆਦਾ ਪਸੰਦ ਆ ਗਈ ਤਾਂ ਉਹ ਤੋਂ ਕੀ ਵਰਡ ਬਣਿਆ? ਕੈਪਟੀਵੇਟ। ਉਹਨੂੰ ਇੱਕ ਕੈਪ ਬਹੁਤ ਜ਼ਿਆਦਾ ਪਸੰਦ ਆ ਗਈ, ਕੀ ਵਰਡ ਬਣਾਇਆ ਆਪਾਂ? ਕੈਪਟੀਵੇਟ। ਚਲੋ ਅੱਗੇ ਚੱਲੀਏ। ਅਗਲਾ ਕੀ ਹੈ? ਐਕਸੀਜੂਅਸ। ਐਕਸੀਜੂਅਸ, ਜਿਨ੍ਹਾਂ ਨੇ ਇਹਦਾ ਲੈਕਚਰ ਲਾਇਆ ਉਹਨਾਂ ਨੂੰ ਤਾਂ ਫੋਟੋ ਨਾਲ ਯਾਦ ਹੋਣਾ, ਮੈਂ ਇੱਕ ਫੋਟੋ ਲੈ ਕੇ ਆਇਆ ਸੀ, ਉਹਦੇ ਨਾਲ ਪੱਕਾ ਯਾਦ ਹੋਣਾ ਹੈ ਨਾ। ਜਿਨ੍ਹਾਂ ਦੇ ਫਸਟ ਟਾਈਮ ਹੈ ਉਹ ਆਪਾਂ ਆਪਣੇ ਨਾਲ ਆਪਾਂ ਮੇਰੇ ਨਾਲ ਕਰੋ ਹੋਏ ਹੈ ਨਾ, ਹੁਣ ਨਾਲ ਕਰੋ। ਵੈਰੀ ਸਮॉल इन अमाउंट, ओके ठीक है। दूसरा की है एक्सट्रीमली लार्ज, तीसरा की है इमोशनली अनस्टेबल, चौथा की है पुअरली एक्सप्लेन्ड। ਹੁਣ ਇੱਕ ਐਕਸੀਜੂਅਸ ਬਿਲਕੁਲ ਨया ਤਰ੍ਹਾਂ ਦਾ ਵਰਡ ਹੈ, ਸ਼ਾਇਦ ਤੁਸੀਂ ਪਹਿਲਾਂ ਕਿੱਥੇ ਪੜਿਆ ਹੋਣਾ ਹੈ ਨਾ। ਇਹਨੂੰ ਮਾਰਕ ਕਰ ਲਓ, ਨਿਊ ਵਰਡ। ਠੀਕ ਹੈ, ਵੈ ਇਹਦਾ ਆਨਸਰ ਕੀ ਸੀਗਾ? ਮੈਂ ਇਹਦੇ ਲਈ ਕੀ ਇਮੇਜ ਲੈ ਕੇ ਆਇਆ ਸੀਗਾ ਕਿ ਇੱਕ ਪਲੇਟ ਸੀਗੀ जिस सिर्फ 3 मटर के दाने सीगे, याद आया? तो मैं क्या सी एक्सीजूअस का मतलब क्या होता है कि समथिंग इज इन वेरी स्मॉल अमाउंट, समथिंग दैट इज इन वेरी स्मॉल अमाउंट। तो क्या आंसर बनूगा ਇਹਦਾ? वेरी स्मॉल इन अमाउंट। ਇਹਦਾ मतलब एक्सट्रीमली लार्ज की होया, ਇਹਦਾ ऑपोजिट होया। ठीक है, एक्सीजूअस ਦਾ ਹੋਰ सिनोनिम ਦੱਸੋ ਮੈਨੂੰ ਇੱਕ। ਆਪਾਂ ਉਸ ਦਿਨ ਕੀਤਾ ਸੀ मीगर। ठीक है, ਇਹਦਾ एंटोनिम ਕੀ ਬਣੂਗਾ ਦੱਸੋ? ਜਿਵੇਂ ਤੁਸੀਂ ਇਹਨਾਂ ਪੜਿਆ ਹੀ ਹੋਇਆ, ਸਫੀਸ਼ੀਐਂਟ। ठीक है, ਇਹ ਤਾਂ ਕਦੇ ਦੇ ਆਨਸਰ ਹੋ ਹੀ ਨਹੀਂ ਸਕਦੇ, ਬਿਲकुल ही बेकार ऑप्शन है। ठीक है, चलो आगे चलिए। ओके, शिवैलरस। शिवैलरस ਦਾ ਆਪਾਂ ਕੀ ਕਰਿਆ ਸੀ ਦੱਸੋ? ਆਪਾਂ ਇੱਕ ਫੋਟੋ ਲੈ ਕੇ ਆਏ ਸੀ शिवैलरस ਲਈ, ਤਾਂ ਹੀ ਯਾਦ ਹੋਣਾ ਸੀ शिवैलरस, है ना। चलो ऑप्शन देखिए, कर्टियस एंड गैलेंट। गैलेंट ਦਾ ਮਤਲਬ ਹੁੰਦਾ ਜੋ ਲੋਕੀ ਬੜੇ ਬਰੇਵ ਹੁੰਦੇ ਨੇ ਉਹਨਾਂ ਲਈ ਆਪਾਂ ਗੈਲੈਂਟ ਯੂਜ਼ ਕਰਦੇ ਹਾਂ। ਤੁਸੀਂ ਦੇਖਿਆ ਹੋਣਾ ਕਿ ਸੋਲਜਰਸ ਨੂੰ ਜਿਹੜੇ ਆਪਣੇ ਸਿਪਾਹੀ ਨੇ ਜਾਂ ਫੌਜੀ ਨੇ ਉਹਨਾਂ ਨੂੰ ਆਪਾਂ ਗੈਲੈਂਟਰੀ ਅਵਾਰਡਸ ਦਿੰਦੇ ਹਾਂ। ਗੈਲੈਂਟਰੀ ਅਵਾਰਡਸ ਇਸ ਲਈ ਮਿਲਦੇ ਨੇ ਕਿਉਂਕਿ ਉਹ ਬੜੇ ਬਰੇਵ ਹੁੰਦੇ ਨੇ। ਕਿਆ ਕਹਿੰਦੇ ਆਪਾਂ ਉਹਨਾਂ ਨੂੰ? ਗੈਲੈਂਟਰੀ ਅਵਾਰਡਸ।
है ना। ओके, दूसरा ऑप्शन की है इम्पोलाइट बट ब्रेव। इम्पोलाइट ਦਾ ਮਤਲਬ ਹੁੰਦਾ ਜੋ ਇਨਸਾਨ ਬਦਤਮੀਜ਼ੀ ਕਰਦਾ ਪਰ ਫਿਰ ਵੀ ਬਰੇਵ ਹੈ ਨਾ। ਇਹੋ ਜਿਹੇ ਬੰਦੇ ਮੈਨੂੰ ਲੱਗਦਾ ਕਿਸੇ ਨੂੰ ਹੀ ਪਸੰਦ ਹੋਣਗੇ, ਹੈ ਨਾ। ਤੀਸਰਾ ਕੀ ਹੈ ਹਾਈਲੀ ਡਿਸਿਪਲਿਨ। ਡਿਸਿਪਲਿਨ ਦਾ ਮਤਲਬ ਜੋ ਬਿਲਕੁਲ ਉਸ ਤਰੀਕੇ ਨਾਲ ਚੱਲਦਾ ਕਿ ਹਾਂ ਮੈਂ ਡਿਸਿਪਲਿਨਡ ਰਹਿਣਾ। ਚੌਥਾ ਕੀ ਹੈ ਐਕਸਟ੍ਰੀਮਲੀ ਪੈਟਰੋਇਟਿਕ। ਪੈਟਰੋਇਟਿਕ ਕੌਣ ਹੁੰਦੇ ਨੇ ਜੋ ਆਪਣੇ ਦੇਸ਼ ਲਈ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਨੇ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਐਕਸਟ੍ਰੀਮਲੀ ਪੈਟਰੋਇਟਿਕ। ਕੀ ਸੀਗਾ ਇਹਦਾ ਆਨਸਰ ਯਾਦ ਕਰੋ, courteous and gallant। courteous and gallant। courteous ਦਾ ਮਤਲਬ ਹੁੰਦਾ ਜੋ ਲੋਕ ਨਾ ਦੂਸਰੇ ਦੀ ਫੀਲਿੰਗਸ ਦੀ ਪਰਵਾਹ ਕਰਦੇ ਨੇ, ਉਹ ਇਦਾਂ ਨਹੀਂ ਹੈਗਾ ਕਿ ਕੁਝ ਵੀ ਕਿਸੇ ਨੂੰ ਰੂਡ ਬੋਲ ਦਿੰਦੇ ਨੇ। ਦੇ ਕੇਅਰ ਕਿ ਵਟ ਅਦਰ ਪੀਪਲ ਹੈ ਨਾ ਫੀਲ, ਕਿ ਜੇ ਮੈਂ ਕਿਸੇ ਨੂੰ ਇਦਾਂ ਰੂਡ ਬਿਹੇਵ ਕਰੂੰਗਾ ਉਹਨੂੰ ਬੁਰਾ ਲੱਗੂਗਾ। ਤੇ ਉਧਰੋਂ ਹੀ ਵਰਡ ਸ਼ਿਵੈਲਰਸ ਆਇਆ। ਸ਼ਿਵੈਲਰਸ ਅਸੀਂ ਜਨਰਲੀ ਮੇਲਸ ਲਈ ਯੂਜ਼ ਕਰਦੇ ਹਾਂ, ਮਤਲਬ ਮਰਦਾਂ ਲਈ ਯੂਜ਼ ਕਰਦੇ ਹਾਂ ਕਿ ਜੋ ਬਹੁਤ ਜ਼ਿਆਦਾ ਕਾਈਂਡ ਹੁੰਦੇ ਨੇ ਤੇ ਬਰੇਵ ਹੁੰਦੇ ਨੇ ਜਿਹੜੇ ਮੇਲਸ, ਉਹਨਾਂ ਲਈ ਆਪਾਂ ਸ਼ਿਵੈਲਰਸ ਵਰਡ ਯੂਜ਼ ਕਰਦੇ ਹਾਂ। ਜਦ ਕਿ ਆਪਸ਼ਨ ਬੀ 'ਚ ਵੀ ਦਿੱਤਾ ਹੋਇਆ ਬਰੇਵ, ਠੀਕ ਹੈ, ਬਟ ਇੱਥੇ ਨੇ ਇੰਪਲਾਈਡ ਦੇਤਾ, ਇਸ ਕਰਕੇ ਇਹਦਾ ਆਨਸਰ ਨਹੀਂ ਹੈ। ਧਿਆਨ ਰੱਖਣਾ ਕਿ ਸ਼ਿਵੈਲਰਸ ਉਹ ਬੰਦੇ ਹੁੰਦੇ ਨੇ ਜੋ ਕਿ ਨਾਲ ਦੀ ਨਾਲ ਬਰੇਵ ਤਾਂ ਹੋਣ ਬਟ ਕਰਟੀਅਸ ਵੀ ਹੋਣ, ਠੀਕ ਹੈ। ਇੰਪੋਲਾਈਟ ਕਿਆ ਹੋ ਗਿਆ ਇਹਦਾ, ਕਨਫਿਊਜ਼ਿੰਗ ਹੋ ਗਿਆ। ਤੁਸੀਂ ਬਰੇਵ ਨਾਲ ਕਨਫਿਊਜ਼ ਹੋ ਸਕਦੇ ਕਿਹੜਾ ਆਪਸ਼ਨ ਲੈਣਾ, ਪਰ ਧਿਆਨ ਰੱਖਣਾ ਕਿ ਸ਼ਿਵੈਲਰਸ ਉਹ ਹੁੰਦੇ ਨੇ ਜੋ ਬਹੁਤ ਜ਼ਿਆਦਾ ਕਾਈਂਡ ਵੀ ਹੁੰਦੇ ਨੇ ਨਾਲ ਦੀ ਨਾਲ, ਠੀਕ ਹੈ। ਹਾਈਲੀ ਡਿਸਿਪਲਿਨ ਤਾਂ ਇਹਨਾਂ ਦੀ ਇੱਕ ਪ੍ਰੋਪਰਟੀ ਹੋਈ, ਪਰ ਇਹਦਾ ਮਤਲਬ ਨਹੀਂ ਹੁੰਦਾ, ਤੇ ਐਕਸਟ੍ਰੀਮਲੀ ਪੈਟਰੋਇਟਿਕ ਵੀ ਨਹੀਂ, ਠੀਕ ਹੈ। ਚਲੋ ਆਓ ਅੱਗੇ ਚੱਲੀਏ। ਓਕੇ, ਕੈਨੀ। ਕੈਨੀ ਦਾ ਕੀ ਮਤਲਬ ਸੀਗਾ ਦੱਸੋ, ਯਾਦ ਕਰੋ। ਕੈਨੀ ਪਹਿਲਾ ਕੀ ਇਹਦੇ ਤੇ ਆਪਸ਼ਨ ਕੀ ਦਿੱਤੇ ਹੋਏ ਹੈ, ਕੇਅਰਲੈਸ। ਕੇਅਰਲੈਸ ਦਾ ਮਤਲਬ ਹੁੰਦਾ ਜਿਹਨੂੰ ਫਰਕ ਨਹੀਂ ਪੈਂਦਾ, ਹਾਂ ਟੁੱਟਦੀ ਹੈ ਕੋਈ ਚੀਜ਼, ਟੁੱਟਣ ਤੋਂ ਕੁਝ ਨਹੀਂ ਹੁੰਦਾ। ਦੂਸਰਾ ਕੀ ਆਪਣੇ ਕੋਲ ਸ਼ਰੂਡ ਔਰ ਕਲੈਵਰ। ਸ਼ਰੂਡ ਦਾ ਮਤਲਬ ਕੀ ਸੀਗਾ ਜੋ ਬਹੁਤ ਜ਼ਿਆਦਾ ਸਮਾਰਟ ਹੁੰਦਾ, ਉਹਦੇ ਲਈ ਆਪਾਂ ਕੀ ਯੂਜ਼ ਕਰਦੇ ਹਾਂ, ਸ਼ਰੂਡ ਯੂਜ਼ ਕਰਦੇ ਹਾਂ ਵਰਡ, ਠੀਕ ਹੈ। ਅਗਲਾ ਕੀ ਹੈ ਈਜ਼ੀਲੀ ਡਿਸੀਵਡ। ਡਿਸੀਵਡ ਦਾ ਮਤਲਬ ਹੁੰਦਾ ਜਿਹਨੂੰ ਬਹੁਤ ਛੇਤੀ ਆਪਾਂ ਧੋਖਾ ਦੇ ਸਕਦੇ ਹਾਂ, ਹੈ ਨਾ। ਅੱਜ ਦੇ ਟਾਈਮ 'ਚ ਬੱਚੇ ਵਿਚਾਰੇ ਜਿਹੜੇ YouTube ਤੋਂ ਪੜ੍ਹਦੇ ਨੇ ਉਹਨਾਂ ਨੂੰ ਆਨਲਾਈਨ ਟੀਚਰ ਚਾਹੇ ਕੁਝ ਵੀ ਕਰਾ ਜਾਂਦੇ ਨੇ, ਕੁਝ ਵੀ ਕੱਟ ਆਫ ਦੱਸ ਜਾਂਦੇ ਨੇ, ਇਮੈਜਨਰੀ 'ਚ ਕੱਟ ਆਫ ਦੱਸ ਜਾਂਦੇ ਨੇ। ਬੱਚੇ ਵਿਚਾਰੇ ਉਸ ਕੱਟ ਆਫ ਦੇ ਹਿਸਾਬ ਨਾਲ ਪੇਪਰ ਅਟੈਂਪਟ ਕਰਦੇ ਰਹਿੰਦੇ ਨੇ। ਮੈਂ ਤਾਂ ਬੜਾ ਪਰੇਸ਼ਾਨ ਹੁੰਦਾ ਕਿ ਤੁਸੀਂ ਪੇਪਰ ਤੋਂ ਪਹਿਲਾਂ ਕੱਟ ਆਫ ਕਿਵੇਂ ਡਿਸਾਈਡ ਕਰ ਸਕਦੇ ਹੋ। ਕਦੇ ਵੀ ਇਹੋ ਜਿਹੀ ਵੀਡੀਓਸ 'ਤੇ ਨਹੀਂ ਜਾਣਾ ਜਿਹੜਾ ਪੇਪਰ ਤੋਂ ਪਹਿਲਾਂ ਕੱਟ ਆਫ ਦੱਸ ਦੇ, ਤੇ ਈਵਨ ਪੇਪਰ ਤੋਂ ਬਾਅਦ ਵੀ ਜਦ ਤੱਕ ਫਾਈਨਲ ਰਿਜ਼ਲਟ ਨਹੀਂ ਆਉਂਦਾ no one can judge the accurate cut off, ਠੀਕ ਹੈ। ਤੁਸੀਂ ਧਿਆਨ ਰੱਖਣਾ ਡਿਸੀਵ ਨਹੀਂ ਹੋਣਾ ਤੁਸੀਂ। ਚੌਥਾ ਕੀ ਹੈ ਬੋਸਟਫੁਲ। ਬੋਸਟਫੁਲ ਨੂੰ ਆਪਾਂ ਪਿੱਛੇ ਵੀ ਕਰਕੇ ਆਏ ਸੀ ਨਾ, ਈਡੀਅਮ ਕਰਕੇ ਆਏ ਸੀ। ਕਿਹੜੀ ਈਡੀਅਮ ਸੀਗਾ ਉਹ ਦੱਸੋ, ਗ੍ਰੇਟ ਬੋਸਟ ਬਟ ਸਮਾਲ ਰੋਸਟ। ਯਾਦ ਆਇਆ ਸਭ ਨੂੰ ਈਡੀਅਮ, ਲਿਖ ਦੇਣਾ ਜਿਹਨਾਂ ਨੂੰ ਨਹੀਂ ਯਾਦ ਆਇਆ। ਗ੍ਰੇਟ ਬੋਸਟ ਬਟ ਸਮਾਲ ਰੋਸਟ, ਠੀਕ ਹੈ। ਕੀ ਸੀਗਾ ਕੈਨੀ ਦਾ ਮਤਲਬ, ਸ਼ਰੂਡ ਜਾਂ ਫਿਰ ਕਲੈਵਰ, ਯਾਦ ਆਇਆ। ਇਦਾਂ ਇਹਨੂੰ ਇਦਾਂ ਯਾਦ ਕਰ ਲਓ, ਕੈਨੀ ਨਾਮ ਦਾ ਬੰਦਾ ਬੜਾ ਤੇਜ਼ ਹੈ। ਜਿਹੜਾ ਕੈਨੀ ਨਾਮ ਦਾ ਬੰਦਾ ਹੈ ਨਾ ਉਹ ਬੜਾ ਤੇਜ਼ ਹੈ, ਬੜਾ ਹੀ ਜ਼ਿਆਦਾ ਤੇਜ਼ ਹੈ, ਠੀਕ ਹੈ। ਚਲੋ ਅਗਲੇ ਚੱਲੀਏ, ਠੀਕ ਹੈ। ਆਪਾਂ ਜਿੰਨੇ ਹੁਣ ਤੱਕ ਪੋਸੀਬਲ ਸੀਗੇ ਆਪਾਂ ਬਹੁਤ ਹੱਦ ਤੱਕ ਨਵੇਂ ਈਡੀਅਮਸ ਨਵੇਂ ਵਰਡਸ ਕੋਸ਼ਿਸ਼ ਕੀਤੇ ਆ। ਨਾਲ ਦੇ ਮੈਂ ਕੋਸ਼ਿਸ਼ ਕਰਕੇ ਤੁਹਾਨੂੰ ਸਿਨੋਨਿਮਸ ਤੇ ਐਂਟੋਨਿਮਸ ਵੀ ਕਰਵਾਦਾ ਜਿੰਨੇ ਪੋਸੀਬਲ ਸੀਗੇ ਮੇਰੇ ਵੱਲੋਂ, ਠੀਕ ਹੈ। ਤੇ ਨਾਲ ਹੀ ਜਿਨ੍ਹਾਂ ਦੇ ਰਹਿੰਦੇ ਨੇ ਹਲੇ ਉਹ ਪਹਿਲਾਂ ਵੋਕੈਬ ਵਰਡ ਦੀ ਸੀਰੀਜ਼ ਦੇਖੋ, ਉੱਥੇ ਹਰ ਵਰਡ ਨੂੰ ਡਿਟੇਲ 'ਚ ਸਮਝਾਇਆ ਗਿਆ ਹੈ ਨਾ। ਤੇ ਕੋਸ਼ਿਸ਼ ਕਰੀਏ ਕਿ ਐਗਜ਼ਾਮ ਤੋਂ ਪਹਿਲਾਂ ਆਪਾਂ ਜਿੰਨੇ ਹੋ ਸਕੇ ਕੁਝ ਨਵੇਂ ਵਰਡਸ ਕੁਝ ਨਵੇਂ ਈਡੀਅਮ ਸਿੱਖ ਜਾਣ। ਇਹਦੇ ਨਾਲ ਤੁਸੀਂ ਵੋਕੈਬ ਵਰਡ ਦੇ ਜਿਹੜੇ ਰਿਵੀਜ਼ਨ ਲੈਕਚਰ 1 ਨੂੰ ਵੀ ਦੇਖੋ, ਆਪਾਂ ਉੱਥੇ ਵੀ ਬਹੁਤ ਸਾਰੇ ਨਵੇਂ ਵਰਡਸ ਤੇ ਨਵੇਂ ਈਡੀਅਮਸ ਕੀਤੇ। ਤੁਸੀਂ ਦੇਖੋਗੇ ਕਿ 1 ਤੇ 2 ਲੈਕਚਰ 'ਚ ਸ਼ਾਇਦ ਹੀ ਮੈਂ 2 ਜਾਂ 3 ਵਰਡ ਜਾਣ ਕੇ ਲੈਕਚਰ 1 ਦੇ ਲੈ ਕੇ ਆਇਆ ਸੀ, ਤਾਂ ਕਿ ਜਿਹੜੇ ਬੱਚੇ ਪਿਛਲਾ ਲੈਕਚਰ ਦੇਖਿਆ ਉਹਨੂੰ ਯਾਦ ਰਹੇ ਕਿ ਆਪਾਂ ਕੀ ਪੜ੍ਹਿਆ ਸੀਗਾ। ਦੋਨਾਂ 'ਚ ਬਿਲਕੁਲ ਨਵੇਂ ਵਰਡਸ ਨੇ, ਠੀਕ ਹੈ, ਤੇ ਬਿਲਕੁਲ ਨਵੇਂ ਈਡੀਅਮਸ ਨੇ। ਤੇ ਨਾਲ ਦੀ ਨਾਲ ਆਪਾਂ ਇਹੀ ਨਹੀਂ ਸਿਨੋਨਿਮਸ ਐਂਟੋਨਿਮਸ ਵੀ ਕਵਰ ਕਰ ਰਹੇ ਹਾਂ ਤਾਂ ਕਿ ਆਪਾਂ ਸਿਲੇਬਸ ਨੂੰ ਹਰ ਪਾਸਿਓਂ ਦੇਖ ਸਕੀਏ, ਠੀਕ ਹੈ। ਤੇ ਮੈਂ ਫੇਰ ਤੋਂ ਦੱਸਣਾ ਚਾਹੁੰਦਾ ਕਿ ਆਪਾਂ ਲੌਜੀਕਲ ਰੀਜ਼ਨਿੰਗ ਵੀ ਨਾਲ ਦੀ ਨਾਲ ਕਵਰ ਕਰ ਰਹੇ ਹਾਂ, ਜਿੱਥੇ ਕਿ ਆਪਾਂ ਹਾਲੇ ਤੱਕ ਕੋਡਿੰਗ ਡੀਕੋਡਿੰਗ ਬਲੱਡ ਰਿਲੇਸ਼ਨ ਤੇ ਕੈਲੰਡਰ ਪੂਰਾ ਸੋਲਵ ਕਰ ਲਿਆ ਵਿਦ ਕਨਸੈਪਟ ਐਂਡ ਵਿਦ ਸਮ ਕੁਐਸਚਨਸ, ਠੀਕ ਹੈ। ਇਹਦੇ ਇਲਾਵਾ ਲਾਸਟ 'ਚ ਮੈਂ ਇਹੀ ਗੱਲ ਕਹੂੰਗਾ ਕਿ ਹੁਣ ਐਗਜ਼ਾਮ ਨੂੰ ਬਹੁਤ ਘੱਟ ਟਾਈਮ ਰਹਿ ਗਿਆ, ਤੁਸੀਂ ਆਪਣਾ ਫੋਕਸ ਮੇਨਟੇਨ ਕਰਕੇ ਰੱਖੋ, ਹੈ ਨਾ। ਇਹ ਇੱਕ ਇਹੋ ਜਿਹਾ ਟਾਈਮ ਹੁੰਦਾ ਜਿੱਥੇ ਨਾ ਬਹੁਤ ਸਾਰੇ ਬੱਚੇ ਸਿਰਫ ਪੇਪਰ ਤੋਂ ਜਸਟ ਪਹਿਲਾਂ ਐਂਜ਼ਾਈਟੀ ਕਰਕੇ ਆਪਣਾ ਪੂਰਾ ਫੋਕਸ ਹੀ ਦੇ ਪਾਉਂਦੇ, ਠੀਕ ਹੈ। ਤੇ ਉਹ ਪੇਪਰ 'ਚ ਉਹਨਾਂ ਨੇ ਤਿਆਰੀ ਸਾਰੀ ਕੀਤੀ ਹੁੰਦੀ ਹੈ, ਪਰ ਜਸਟ ਬਿਕੋਜ਼ ਕਿ ਉਹ 2 ਵੀਕਸ ਪਹਿਲਾਂ ਆਪਣਾ ਫੋਕਸ ਲੂਜ਼ ਕਰ ਦਿੰਦੇ ਨੇ, ਆਪਣਾ ਪੇਪਰ ਖਰਾਬ ਕਰਾ ਲੈਂਦੇ ਨੇ। ਤੁਸੀਂ ਇਸ ਗੱਲ ਦਾ ਧਿਆਨ ਰੱਖਣਾ
ਕਿ ਨਹੀਂ ਮੈਂ ਇੰਨਾ ਪੜ੍ਹਿਆ ਹੋਇਆ, ਮੈਨੂੰ ਆਪਣੇ ਉੱਤੇ ਪੂਰਾ ਟਰਸਟ ਹੈ, ਮੈਂ ਪੇਪਰ ਵਧੀਆ ਹੀ ਕਰਕੇ ਆਉਣਾ ਚਾਹੇ ਜੋ ਮਰਜ਼ੀ ਹੋ ਜਾਏ, ਤਾਂ ਤੁਸੀਂ ਆਪਣੇ ਉੱਪਰ ਕੌਨਫੀਡੈਂਸ ਰੱਖੋ, ਪੇਪਰ ਵਧੀਆ ਹੋਊਗਾ। ਜਿਹੜੇ ਬੱਚੇ ਨੇ ਪੜ੍ਹਿਆ ਹੋਇਆ ਨਾ ਪੂਰੇ ਸਾਲ ਦਾ, ਉਹਨੂੰ ਕੋਈ ਦਿੱਕਤ ਨਹੀਂ ਆਉਣ ਵਾਲੀ। ਅਤੇ ਸਪੈਸ਼ਲੀ ਸੀਨੀਅਰ ਅਸਿਸਟੈਂਟ ਲਈ ਮੈਂ ਸਟ੍ਰੈਟਜੀ ਵੀਡੀਓ ਵੀ ਬਣਾਈ ਸੀਗੀ ਲਾਸਟ 15 ਡੇਜ਼। ਤੁਸੀਂ ਕੀ ਕਰਨਾ, ਉਸ ਵੀਡੀਓ ਨੂੰ ਜਾ ਕੇ ਚੈੱਕਆਊਟ ਕਰੋ। ਉੱਥੇ ਆਪਾਂ ਜਿੰਨੀ ਗੱਲਾਂ ਸਾਰੀਆਂ ਇੰਪੋਰਟੈਂਟ ਗੱਲਾਂ ਡਿਸਕਸ ਕੀਤੀਆਂ। ਤੁਹਾਨੂੰ ਫੇਰ ਵੀ ਕੋਈ ਦਿੱਕਤ ਲੱਗਦੀ ਆ ਤੁਸੀਂ ਸਾਨੂੰ ਕੰਟੈਕਟ ਕਰੋ। ਮੈਂ ਫੇਰ ਇੱਕ ਵਾਰ ਆਪਣਾ ਨੰਬਰ ਇੱਥੇ ਲਿਖ ਦੇਣਾ, ਹੈ ਨਾ। ਹੈ ਨਾ, ਜੇ ਉਹਨੂੰ ਲੱਗਦਾ ਕਿ ਸਰ ਨਹੀਂ ਸਾਨੂੰ ਇੱਥੇ ਕਿਤੇ ਦਿੱਕਤ ਆ ਰਹੀ ਹੈ ਤਾਂ ਕੋਈ ਗੱਲ ਨਹੀਂ, ਫੋਨ ਕਰ ਲਓ, ਅਸੀਂ ਤੁਹਾਡੇ ਲਈ ਇੱਥੇ ਬੈਠੇ ਹਾਂ, ਠੀਕ ਹੈ। ਠੀਕ ਹੈ, ਤੇ ਆਪਣਾ ਧਿਆਨ ਰੱਖੋ, ਜਿੰਨਾ ਹੋ ਸਕੇ ਹੁਣ ਬਾਹਰ ਘੱਟ ਜਾਓ ਜਦ ਤੱਕ ਪੇਪਰ ਹੈ ਨਾ। ਉਹ ਤੋਂ ਬਾਅਦ ਜਿੰਨਾ ਮਰਜ਼ੀ ਬਾਹਰ ਘੁੰਮ ਲਿਓ, ਤੇ ਥੋੜ੍ਹੇ ਦਿਨ ਲਈ ਇੰਸਟਾਗ੍ਰਾਮ ਵਗੈਰਾ ਡਿਲੀਟ ਕਰ ਦਿਓ, ਠੀਕ ਹੈ। ਤੇ ਜਿੰਨਾ ਹੋ ਸਕਦਾ ਯੂਟਿਊਬ ਤੋਂ ਪੜ੍ਹੋ ਤੇ ਮੌਕ ਪ੍ਰੈਕਟਿਸ ਕਰੋ। ਕਿਸੇ ਹੋਰ ਚੀਜ਼ ਦੀ ਹੈਲਪ ਚਾਹੀਦੀ ਹੈ ਕਮੈਂਟ ਬਾਕਸ 'ਚ ਆ ਕੇ ਦੱਸੋ, ਅਸੀਂ ਕੋਈ ਹੋਰ ਸੀਰੀਜ਼ ਵੀ ਤੁਹਾਡੇ ਲਈ ਸ਼ੁਰੂ ਕਰ ਸਕਦੇ, ਸਾਨੂੰ ਕੋਈ ਦਿੱਕਤ ਨਹੀਂ ਹੈ, ਠੀਕ ਹੈ। ਟਿਲ ਦੈਨ ਟੇਕ ਕੇਅਰ ਐਂਡ ਆਲ ਦੀ ਬੈਸਟ ਫॉर योर एग्जाम।